हाँ जी, सत श्री अकाल जी सारिਆਂ ਨੂੰ ਸਵਾਗਤ ਕਰਦੀ ਹਾਂ ਮੈਂ ਤੁਹਾਡਾ ਆਪਣੇ ਚੈਨਲ ਮੈਥ ਵਿਦ ਸੁਮਨਪ੍ਰੀਤ ਕੌਰ ਤੇ ਮੈਂ ਹਾਂ ਸੁਮਨਪ੍ਰੀਤ ਕੌਰ ਅਤੇ ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਕਰਾਂਗੇ ਪਰਸੈਂਟੇਜ ਪਾਰਟ 2। ਜਿਵੇਂ ਕਿ ਤੁਹਾਨੂੰ ਪਤਾ ਹੈ ਪਾਰਟ 1 ਅਸੀਂ ਪਹਿਲਾਂ ਕਰ ਚੁੱਕੇ ਹਾਂ। ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਕਰਾਂਗੇ ਪਾਰਟ 2 ਪਰਸੈਂਟੇਜ ਦਾ। ਜਿਹੜੇ ਵੀ ਸਟੂਡੈਂਟ FCI ਦੇ ਐਗਜ਼ਾਮ, ਨੈਬ ਤਹਿਸੀਲਦਾਰ ਦੇ ਐਗਜ਼ਾਮ, PPSC ਇੰਸਪੈਕਟਰ ਦੇ ਐਗਜ਼ਾਮ ਦੀ ਤਿਆਰੀ ਕਰ ਰਹੇ ਨੇ ਉਹਨਾਂ ਦੇ ਲਈ ਅੱਜ ਦੀ ਇਹ ਵੀਡੀਓ ਬਹੁਤ ਜ਼ਿਆਦਾ ਹੈਲਪਫੁਲ ਹੋਵੇਗੀ ਕਿਉਂਕਿ ਸਾਰੇ ਹੀ ਕੁਐਸਚਨ ਅਲੱਗ-ਅਲੱਗ ਕੰਪੀਟੀਟਿਵ ਐਗਜ਼ਾਮ ਦੇ ਵਿੱਚ ਰਿਪੀਟ ਹੋ ਚੁੱਕੇ ਨੇ। ਤਾਂ ਜ਼ਿਆਦਾ ਟਾਈਮ ਵੇਸਟ ਨਾ ਕਰਦੇ ਹੋਏ ਅਸੀਂ ਸਾਡੀ ਅੱਜ ਦੀ ਇਹ ਵੀਡੀਓ ਸਟਾਰਟ ਕਰਦੇ ਹਾਂ। ਪਰ ਉਸ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਗੱਲ ਦੱਸਣਾ ਚਾਹੁੰਦੀ ਹਾਂ ਕਿ ਜਦੋਂ ਵੀ ਅਸੀਂ ਪ੍ਰਤੀਸ਼ਤ ਕੱਢਣੀ ਹੋਵੇ ਤਾਂ ਗੁਣਾ ਕਰਦੇ ਹਾਂ 100 ਨਾਲ। ਪਰ ਜਦੋਂ ਵੀ ਅਸੀਂ ਪ੍ਰਤੀਸ਼ਤ ਦਾ ਨਿਸ਼ਾਨ ਹਟਾਉਣਾ ਹੋਵੇ ਤਾਂ ਉਹਦਾ ਮਤਲਬ ਕੀ ਹੈ 1/100। ਤਾਂ ਅਸੀਂ ਡਿਵਾਈਡ ਕਰਦੇ ਹਾਂ 100 ਨਾਲ। ਬਸ ਇਹ ਗੱਲ ਯਾਦ ਰੱਖ ਲੈਣੀ ਹੈ, ਠੀਕ ਹੈ। ਹੁਣ ਅਸੀਂ ਕਰਦੇ ਹਾਂ ਆਪਣੇ ਕੁਐਸਚਨ ਸਟਾਰਟ। ਹਾਂਜੀ, ਕੁਐਸਚਨ ਨੰਬਰ 11 ਤੁਹਾਨੂੰ ਦੱਸਤਾ ਸੀ ਉਸ ਦਿਨ ਕਰ ਚੁੱਕੇ ਸੀ। 11 ਨੰਬਰ ਕੁਐਸਚਨ ਹੈ ਇਹ। ਇਸ ਦੇ ਵਿੱਚ ਕੀ ਤੁਹਾਨੂੰ ਗਿਵਨ ਹੈ ਕਿ ਇੱਕ ਲੜਕੇ ਨੂੰ ਰਕਮ ਦਾ 3 ਸਹੀ 1/2 ਇਹਨੂੰ ਇੱਦਾਂ ਲਿਖਿਆ ਹੁੰਦਾ, ਤੁਸੀਂ ਦੇਖ ਸਕਦੇ ਹੋ ਬੁੱਕਸ ਦੇ ਉੱਪਰ 3 ਸਹੀ 1/2 ਲੱਭਣ ਲਈ ਕਿਹਾ ਜਾਂਦਾ ਵਾ। ਕਿਸੇ ਰਾਸ਼ੀ ਦਾ 3 ਸਹੀ 1/2 ਲੱਭਣ ਲਈ ਕਹਿ ਦਿੱਤਾ ਜਾਂਦਾ ਵਾ। ਉਹ ਸਵਾਲ ਨੂੰ ਗਲਤ ਰੀਡ ਕਰ ਲੈਂਦਾ, ਉਹ ਕੀ ਕਰਦਾ ਵਾ 5 ਸਹੀ 1/2 ਕੱਢ ਦਿੰਦਾ। ਤਾਂ ਇਸ ਸਵਾਲ ਦਾ ਜਵਾਬ 220 ਰੁਪਏ ਆਇਆ। ਜਿਹੜੇ ਹਿਸਾਬ ਨਾਲ ਉਹਨੇ ਕੱਢਿਆ ਉਹਦੇ ਹਿਸਾਬ ਨਾਲ 220 ਆ ਗਿਆ, ਠੀਕ ਹੈ। ਸਹੀ ਜਵਾਬ ਕੀ ਹੋਵੇਗਾ? ਤਾਂ ਅਸੀਂ ਇਸ ਦੇ ਅਕੋਰਡਿੰਗ ਚੱਲਣਾ ਹੋਵੇ ਤਾਂ ਸਹੀ ਜਵਾਬ ਕੀ ਹੋਵੇਗਾ? ਤਾਂ ਅਸੀਂ ਕੀ ਕਰਦੇ ਹਾਂ, ਹਾਂਜੀ, ਸਭ ਤੋਂ ਪਹਿਲਾਂ ਦੇਖੋ ਅਸੀਂ ਮੰਨ ਲੈਂਦੇ ਹਾਂ ਕਿਉਂਕਿ ਸਾਨੂੰ ਨਹੀਂ ਪਤਾ ਰਕਮ ਕਿੰਨੀ ਆ, ਠੀਕ ਹੈ। ਤਾਂ ਅਸੀਂ ਮੰਨ ਲੈਂਦੇ ਹਾਂ ਕਿ ਰਕਮ ਕਿੰਨੀ ਆ, x ਆ। ਕਿੰਨੀ ਰਕਮ ਆ? x ਆ ਰਕਮ, ਠੀਕ ਹੈ। ਜੇਕਰ ਰਕਮ x ਆ ਤਾਂ ਉਹਨੇ x ਦਾ ਹੀ 5 ਸਹੀ 1/2 ਕੱਢਿਆ ਨਾ, x ਦਾ ਹੀ ਕੱਢਿਆ ਵਾ ਤਾਂ ਅਸੀਂ x ਨਾਲ ਗੁਣਾ ਕਰ ਲੈਂਦੇ ਹਾਂ, ਠੀਕ ਹੈ। ਤੇ ਆਨਸਰ ਕਿੰਨਾ ਕੱਢਿਆ ਉਹਨੇ? ਇਸ ਦੇ ਹਿਸਾਬ ਨਾਲ ਆਨਸਰ ਕੱਢਿਆ 220 ਦਾ, ਉਹ ਵੀ ਮੈਂ ਇਸ ਤਰ੍ਹਾਂ ਲਿਖ ਲਿਆ, ਠੀਕ ਹੈ। 220। ਹੁਣ ਦੇਖੋ ਇਹਦੇ ਨਾਲ ਪ੍ਰਤੀਸ਼ਤ ਪਾਇਆ ਦਿਖ ਰਿਹਾ ਨਾ ਸਟੇਟਮੈਂਟ ਦੇ ਵਿੱਚ, ਤਾਂ ਉਹ ਪ੍ਰਤੀਸ਼ਤ ਅਸੀਂ ਪਾ ਲੈਣਾ ਵਾ। ਹੁਣ ਅੱਗੇ ਕਰਦੇ ਹਾਂ ਅਸੀਂ ਨੈਕਸਟ ਸਟੈਪ। ਹੁਣ ਮੈਂ ਤੁਹਾਨੂੰ ਦੱਸ ਚੁੱਕੀ ਹਾਂ ਜਿਵੇਂ ਕਿ 5 ਸਹੀ 1/2 ਇਹਦਾ ਮਤਲਬ ਕੀ ਹੁੰਦਾ ਹੈ? ਮਿਕਸ ਫਰੈਕਸ਼ਨ ਆ, ਠੀਕ ਹੈ। ਇਹ ਸਾਨੂੰ ਕੀ ਦਿੱਤੀ ਹੋਈ ਆ? ਮਿਸ਼ਰਤ ਭਿੰਨ ਦਿੱਤੀ ਹੋਈ ਆ। ਇਹਨੂੰ ਅਸੀਂ ਖੋਲਦੇ ਕਿੱਦਾਂ ਹੁੰਦੇ ਆ? ਪਹਿਲਾਂ ਇਸ ਨੰਬਰ ਨੂੰ ਇਹਦੇ ਨਾਲ ਮਲਟੀਪਲਾਈ ਕਰ ਦੇਣਾ। ਕਿੰਨਾ ਬਣ ਗਿਆ? 5 ਦੂਣੀ 10, ਉੱਪਰ ਵਾਲਾ ਐਡ ਕਰ ਦੇਣਾ, 11/2 ਬਣ ਗਿਆ। ਹੁਣ ਇਹਦੇ ਨਾਲ ਕੀ ਸੀ? ਪ੍ਰਤੀਸ਼ਤ। ਪ੍ਰਤੀਸ਼ਤ ਦਾ ਮਤਲਬ ਕੀ ਆ? 1/100 ਨਾਲ ਗੁਣਾ ਕੀ ਹੋ ਰਿਹਾ ਸੀ? x ਤੇ ਬਰਾਬਰ ਕਿਹਦੇ ਸੀ? 220 ਦੇ। ਹੁਣ ਦੇਖੋ ਤੁਸੀਂ ਇਹਦੇ ਵਿੱਚੋਂ ਇਸ ਨਾਲ ਤਾਂ ਕੱਟੇ ਨਹੀਂ ਹੋ ਰਿਹਾ ਨਾ ਕੋਈ ਵੀ ਕਿਸੇ ਨੰਬਰ ਦੇ ਨਾਲ। ਤਾਂ ਅਸੀਂ ਕੀ ਕਰਦੇ ਹਾਂ ਕਿ ਇਹ ਦੇਖੋ x ਨੂੰ ਇੱਧਰ ਰੱਖ ਲੈਂਦੇ ਹਾਂ ਸਿੰਪਲ। ਨਹੀਂ ਤਾਂ x ਦੀ ਵੈਲਿਊ ਕੱਢਣੀ ਆ ਕਿਉਂਕਿ ਅਸੀਂ ਰਾਸ਼ੀ ਪਤਾ ਕਰਨੀ ਹੈ ਮੇਨ, ਠੀਕ ਹੈ। ਅਸੀਂ ਮੰਨੀ ਹੋਈ ਹੈ ਕਿ ਬਿੱਲ ਦੀ ਰਾਸ਼ੀ ਕਿੰਨੀ ਆ? ਉਹ x ਆ, ਠੀਕ ਹੈ। ਉਹਨੇ ਮੰਨ ਲਿਆ ਕਿ ਜਿਹੜੀ ਰਾਸ਼ੀ ਉਹ x ਆ। ਤਾਂ x ਕਿੰਨੀ ਆ? 220 ਰੁਪਏ ਬਰਾਬਰ, ਠੀਕ ਹੈ, ਗੁਣਾ। ਹੁਣ ਆਹ 200 ਆ ਜਿਹੜਾ 200 ਹੀ ਮੰਨਿਆ ਜਾਵੇਗਾ ਨਾ। ਜੇ ਤੁਸੀਂ ਇਕੱਲੇ ਇਕੱਲੇ ਲਿਜਾਣਾ ਚਾਹੁੰਦੇ ਹੋ ਤਾਂ ਇੱਦਾਂ ਵੀ ਲਿਜਾ ਸਕਦੇ ਹੋ, ਜਿਵੇਂ 100 ਨਾਲ ਗੁਣਾ ਕਰ ਲਈ ਨਾ, ਕਿਉਂਕਿ 100 ਇੱਧਰ ਡਿਵਾਈਡ ਹੋ ਰਿਹਾ ਦੂਜੇ ਪਾਸੇ ਜਾ ਕੇ ਗੁਣਾ ਹੋਊਗਾ, 2 ਇੱਧਰ ਡਿਵਾਈਡ ਹੋ ਰਿਹਾ ਦੂਜੇ ਪਾਸੇ ਜਾ ਕੇ ਗੁਣਾ ਹੋਊਗਾ, ਬਟੇ 'ਚ 11 ਲੱਗ ਜਾਣਾ। ਹੁਣ ਤੁਸੀਂ ਦੇਖ ਸਕਦੇ ਹੋ 11 ਏਕਮ 11, 11 ਦੂਣਾ 22 ਨਾਲ 0 ਪਈ ਉਹ ਅਸੀਂ 0 ਲਾਤੀ, ਠੀਕ ਹੈ। ਇਹਨੂੰ 2 ਗੁਣਾ 2 ਕਿੰਨਾ ਬਣ ਗਿਆ? 4। ਕਿੰਨੀਆਂ ਜ਼ੀਰੋਆਂ? 1 2 3, 3 ਜ਼ੀਰੋਆਂ ਅਸੀਂ ਨਾਲ ਲਾਤੀਆਂ। ਤਾਂ ਰਾਸ਼ੀ ਕਿੰਨੀ ਆ ਗਈ ਸਾਡੇ ਕੋਲੇ ਨਿਕਲ ਕੇ? 4000। ਹੁਣ ਰਾਸ਼ੀ ਆ ਗਈ ਸਾਡੇ ਕੋਲੇ 4000। 4000 ਰਾਸ਼ੀ ਸੀਗੀ ਜਿਹਦਾ ਉਹਨੇ 5 ਸਹੀ 1/2 ਕੱਢ ਕੇ 200 ਰੁਪਏ ਬਣਾ ਦਿੱਤਾ। ਹੁਣ ਅਸੀਂ ਉਸ 4000 ਦਾ ਕਿੰਨਾ ਕੱਢਣਾ? ਅਸੀਂ ਸਹੀ ਰਕਮ ਲੱਭਣੀ ਆ। ਤਾਂ ਅਸੀਂ ਸਹੀ ਰਕਮ ਕੀ ਲੈ ਲਈ? 4000। ਇਸ ਰਕਮ ਦਾ ਅਸੀਂ ਕਿੰਨਾ ਕੱਢਣਾ ਵਾ? 3 ਸਹੀ 1/2। 3 ਸਹੀ 1/2। ਹੁਣ ਤੁਹਾਨੂੰ ਪਤਾ ਹੀ ਮਿਕਸ ਫਰੈਕਸ਼ਨ ਦਿੱਤੀ, ਇਹਨੂੰ ਇਸ ਨੰਬਰ ਨਾਲ ਗੁਣਾ ਕਰੋ। 3 ਦੂਣੀ 6, ਆਹ ਵਾਲਾ ਐਡ ਕਰ ਦਿਓ ਉੱਪਰ ਵਾਲਾ, 7/2। ਕਿੰਨਾ ਬਣ ਗਿਆ? 7/2। ਹੁਣ ਤੁਸੀਂ ਇੱਥੇ ਲਿਖ ਲਓਗੇ 7/2 ਗੁਣਾ ਨਾਲ ਪਰਸੈਂਟੇਜ ਦਿੱਤੀ ਹੋਈ ਆ, ਤਾਂ ਗੁਣਾ ਕੀ ਲੱਗ ਜਾਣਾ? ਬਟਾ 100। ਤਾਂ ਅਸੀਂ ਬਟਾ 100 ਨਾਲ ਵੀ ਕਰਤਾ ਡਿਵਾਈਡ, ਠੀਕ ਹੈ। ਹੁਣ ਦੇਖੋ ਆਹ 2 ਜ਼ੀਰੋਆਂ ਨਾਲ ਆਹ 2 ਜ਼ੀਰੋਆਂ ਕੱਟ, 1 ਦੂਣੀ 2 ਨੀ, 2 ਦੂਣੀ 4, 20 ਆ ਗਿਆ, 20 7 ਆ 140। ਤਾਂ 140 ਤੁਹਾਡਾ ਆਨਸਰ ਇਸ ਕੁਐਸਚਨ ਦਾ, ਰਾਈਟ। ਹਾਂਜੀ, ਹੁਣ ਅਸੀਂ ਅੱਗੇ ਕਰਦੇ ਹਾਂ ਕੁਐਸਚਨ ਨੰਬਰ 12। ਰਾਮ ਆਪਣੀ ਤਨਖਾਹ ਦਾ 14% ਹਿੱਸਾ ਬਚਾਉਂਦਾ ਹੈ, ਜਦੋਂ ਕਿ ਸ਼ਾਮ ਆਪਣੀ ਤਨਖਾਹ ਦਾ 22% ਬਚਾਉਂਦਾ ਹੈ। ਦੋਵਾਂ ਨੂੰ ਇੱਕੋ ਜਿਹੀ ਤਨਖਾਹ ਮਿਲਦੀ ਆ ਅਤੇ ਸ਼ਾਮ 1540 ਰੁਪਏ ਬਚਾਉਂਦਾ ਵਾ। ਫਿਰ ਰਾਮ ਦੀ ਬਚਤ ਕੀ ਹੈ? ਹਾਂਜੀ, ਅਸੀਂ ਮੰਨ ਲੈਂਦੇ ਹਾਂ ਕਿਹਦੀ ਰਕਮ ਕੱਢਣੀ ਆ? ਅਸੀਂ ਰਾਮ ਦੀ। ਤਾਂ ਅਸੀਂ ਕੀ ਮੰਨ ਲੈਂਦੇ ਹਾਂ?
ਹੁਣ ਦੇਖੋ ਇਹਦੇ ਵਿੱਚ ਮੰਨਣਾ ਕਿਵੇਂ ਹੈ, ਦੇਖੋ ਇੱਥੇ ਸ਼ਾਮ ਦੀ ਤੁਹਾਨੂੰ ਰਕਮ ਵੀ ਪਤਾ ਵੀ ਕਿੰਨਾ ਬਚਾਉਂਦਾ ਵਾ, ਤੇ ਬਚਾ ਕੇ ਉਹ ਕਿੰਨੇ ਬਚਾਉਂਦਾ ਵਾ ਇਹ ਤੁਹਾਨੂੰ ਰਕਮ 'ਚ ਵੀ ਪਤਾ ਵਾ, ਪਰਸੈਂਟੇਜ 'ਚ ਵੀ ਪਤਾ ਵਾ। ਤਾਂ ਅਸੀਂ ਕੀ ਕਰ ਲੈਂਦੇ ਹਾਂ, ਪਹਿਲਾਂ ਅਸੀਂ ਸ਼ਾਮ ਦੀ ਰਕਮ ਲੱਭ ਲੈਂਦੇ ਹਾਂ, ਇਨਕਮ ਲੱਭ ਲੈਂਦੇ ਹਾਂ ਕਿ ਕਿੰਨੀ ਆ, ਕਿਉਂਕਿ ਦੋਵਾਂ ਦੀ ਤਨਖਾਹ ਕਿੰਨੀ ਆ, ਇੱਕੋ ਜਿਹੀ ਆ। ਜਦੋਂ ਸਾਨੂੰ ਸ਼ਾਮ ਦੀ ਪਤਾ ਲੱਗ ਗਿਆ ਤਾਂ ਰਾਮ ਦੀ ਤਾਂ ਆਟੋਮੈਟਿਕਲੀ ਪਤਾ ਲੱਗ ਜਾਣੀ ਆ। ਤਾਂ ਅਸੀਂ ਕੀ ਕਰਦੇ ਹਾਂ, ਪਹਿਲਾਂ ਸ਼ਾਮ ਨੂੰ ਮੰਨ ਲੈਂਦੇ ਹਾਂ ਕਿ ਉਹਦੀ ਤਨਖਾਹ ਕਿੰਨੀ ਐਕਸ ਆ, ਠੀਕ ਹੈ। ਫਿਰ ਉਹ ਐਕਸ ਦਾ 22% ਬਚਾਉਂਦਾ, ਆਪਣੀ ਤਨਖਾਹ ਦਾ 22% ਬਚਾਉਂਦਾ, ਜਿਹਦੇ ਕਿੰਨੇ ਰੁਪਏ ਬਣਦੇ ਆ, 1540 ਰੁਪਏ ਬਣਦੇ ਆ, ਰਾਈਟ। ਹੁਣ ਤੁਹਾਨੂੰ ਪ੍ਰਤੀਸ਼ਤ ਦਾ ਮਤਲਬ ਮੈਂ ਦੱਸ ਚੁੱਕੀ ਹਾਂ ਕਿ ਤੁਸੀਂ 100 ਨਾਲ ਡਿਵਾਈਡ ਕਰ ਦੇਣਾ ਜਦੋਂ ਪ੍ਰਤੀਸ਼ਤ ਨੂੰ ਹਟਾਉਣਾ, ਅਤੇ ਉਹ 100 ਨਾਲ ਜਿਹਦੇ ਨਾਲ ਹੁਣ ਤੁਸੀਂ ਡਿਵਾਈਡ ਕੀਤਾ, ਇੱਥੇ ਤੁਹਾਡੇ ਕੋਲ ਆ ਗਿਆ 11/50, ਠੀਕ ਹੈ। ਇਹ 50 ਹੁਣ ਇੱਧਰ ਡਿਵਾਈਡ ਹੋ ਰਿਹਾ, ਤਾਂ ਇੱਧਰ ਜਾ ਕੇ ਕੀ ਹੋ ਜਾਊਗਾ, ਗੁਣਾ, ਅਤੇ ਇੱਧਰ ਕੀ ਹੋ ਰਿਹਾ ਵਾ, ਮਲਟੀਪਲਾਈ ਹੋ ਰਿਹਾ 11, ਅਤੇ ਇੱਧਰ ਆ ਕੇ ਕੀ ਹੋ ਜਾਊਗਾ, ਡਿਵਾਈਡ। ਹੁਣ ਅਸੀਂ 11 ਨੂੰ ਕੱਟ ਕੇ ਦੇਖਦੇ ਹਾਂ ਕਿ ਇਹ ਕੱਟ ਹੋ ਰਿਹਾ ਵਾ, 11 ਏਕਮ 11, 4 ਰਹਿ ਗਏ ਹਾਸਲ ਹੇਠਾਂ, ਅਤੇ 4 ਚੋਂ 4 ਉੱਪਰੋਂ ਜਦੋਂ ਅਸੀਂ ਉਤਾਰੇ ਤਾਂ ਕਿੰਨਾ ਬਣ ਜਾਣਾ, 11 ਏਕਮ 11, 11 ਚੌਕ 44, ਅਤੇ ਨਾਲ ਕੀ ਪਈ ਆ, 0, ਇਹ ਲੱਗ ਗਈ, ਠੀਕ ਹੈ। ਹੁਣ 14 5 ਕਿੰਨੇ ਹੁੰਦੇ ਆ, 70 ਹੁੰਦੇ ਆ, 14 5 ਕਿੰਨੇ ਹੁੰਦੇ ਆ, 70, ਅਤੇ 2 ਜ਼ੀਰੋਆਂ ਵੀ ਪਈਆਂ, ਅਸੀਂ ਇਹ ਨਾਲ ਲਾ ਲੈਂਦੇ ਹਾਂ, ਤਾਂ ਕਿੰਨਾ ਬਣ ਗਿਆ, 7000। ਤਾਂ ਇਹਦਾ ਮਤਲਬ ਜਿਹੜੀ ਰਾਮ ਦੀ ਸ਼ਾਮ ਦੀ ਤਨਖਾਹ ਵਾ ਉਹ ਕਿੰਨੀ ਆ, 7000 ਆ। ਹੁਣ ਉਹਨੇ ਕੀ ਕਿਹਾ ਹੋਇਆ ਸਟੇਟਮੈਂਟ ਦੇ ਵਿੱਚ ਕਿ ਦੋਵਾਂ ਦੀ ਤਨਖਾਹ ਇੱਕੋ ਜਿਹੀ ਆ, ਤਾਂ ਫਿਰ ਰਾਮ ਦੀ ਵੀ ਕਿੰਨੀ ਹੋਊਗੀ, 7000, ਅਤੇ ਰਾਮ ਆਪਦੀ ਤਨਖਾਹ ਦਾ ਕਿੰਨਾ ਬਚਾਉਂਦਾ ਵਾ, 14% ਬਚਾਉਂਦਾ ਵਾ, ਤਾਂ ਅਸੀਂ ਕੱਢ ਲੈਂਦੇ ਹਾਂ ਉਹਦਾ 14%। 14% ਪ੍ਰਤੀਸ਼ਤ ਦਾ ਮਤਲਬ ਕੀ ਆ, ਬਟਾ 100, 2 ਜ਼ੀਰੋਆਂ ਨਾਲ 2 ਜ਼ੀਰੋਆਂ ਕੱਟ, ਠੀਕ ਹੈ। 14 7 98, 14 7 ਕਿੰਨੇ ਹੋ ਗਏ, 98, ਨਾਲ ਕੀ ਵੱਧ ਗਈ, 1 0, ਠੀਕ ਹੈ। ਇਸ ਕੁਐਸਚਨ ਦਾ ਇਸ ਤਰ੍ਹਾਂ ਇਹਨੇ ਹੱਲ ਹੋ ਜਾਣਾ ਵਾ, ਅਤੇ 980 ਰੁਪਇਆ ਜਿਹੜਾ ਰਾਮ ਸੇਵਿੰਗ ਕਰਦਾ ਵਾ, ਇਹ ਹੁਣ ਤੁਸੀਂ ਯਾਦ ਰੱਖਣਾ। ਨੈਕਸਟ ਕੁਐਸਚਨ ਹੈ ਜੀ, ਨੀਲਮ ਆਪਣੀ ਕੁੱਲ ਆਮਦਨ ਦਾ 20% ਮਕਾਨ ਕਿਰਾਏ 'ਤੇ ਅਤੇ ਬਾਕੀ ਦਾ 70% ਘਰੇਲੂ ਸਮਾਨ 'ਤੇ ਖਰਚ ਕਰਦੀ ਆ। ਹਾਂਜੀ, ਆਪਣੀ ਤਨਖਾਹ ਦਾ 20% ਤਾਂ ਮਕਾਨ 'ਤੇ ਖਰਚ ਕਰ ਦਿੰਦੀ ਆ, 70% ਘਰੇਲੂ ਸਮਾਨ 'ਤੇ ਖਰਚ ਕਰ ਦਿੰਦੀ ਆ, ਠੀਕ ਹੈ। ਜੇਕਰ ਉਹ ਆਪਣੀ ਤਨਖਾਹ ਦੇ ਵਿੱਚੋਂ 3700 ਰੁਪਏ ਬਚਾਉਂਦੀ ਆ ਤਾਂ ਉਸਦੀ ਕੁੱਲ ਆਮਦਨ ਕਿੰਨੀ ਹੈ। ਹੁਣ ਅਸੀਂ ਆਮਦਨ ਪਤਾ ਕਰਨੀ ਆ ਟੋਟਲ, ਠੀਕ ਹੈ ਜੀ। ਹੁਣ ਦੇਖੋ ਇਸ ਦੇ ਵਿੱਚ ਤੁਸੀਂ ਕੀ ਕਰਨਾ ਵਾ, ਸਭ ਤੋਂ ਪਹਿਲਾਂ ਅਸੀਂ ਕੀ ਕਰਦੇ ਹਾਂ, ਹਾਂਜੀ ਹੁਣ ਅਸੀਂ ਮੰਨ ਕੇ ਚੱਲਦੇ ਹਾਂ ਕਿ ਉਹਦੀ ਆਮਦਨ ਕਿੰਨੀ ਆ, ਐਕਸ ਆ, ਠੀਕ ਹੈ। ਹੁਣ ਉਹਦੇ ਵਿੱਚੋਂ ਐਕਸ ਆ, ਉਹ ਤਾਂ ਉਹਦੀ ਆਮਦਨ ਆ, ਟੋਟਲ 'ਚ ਕਿੰਨਾ ਹੁੰਦਾ ਸਾਡੇ ਕੋਲ, ਜਿਵੇਂ ਕਿ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਚੁੱਕੀ ਹਾਂ 100% ਹੀ ਹੁੰਦੀ ਆ। ਹੁਣ ਉਹਦੇ ਵਿੱਚ ਉਹਨੇ 20% ਖਰਚ ਕਰ ਲਿਆ, ਤਾਂ ਰਹਿ ਕਿੰਨਾ ਗਿਆ, 80%। ਹੁਣ 80 ਨਾਲ ਪਰਸੈਂਟੇਜ ਆ ਤਾਂ ਬਟਾ 100 ਕਰ ਲਿਆ ਅਸੀਂ, ਠੀਕ ਹੈ। ਫਿਰ 70% ਵੀ ਉਹਨੇ ਖਰਚ ਕਰ ਲਿਆ, ਤਾਂ 100 ਚੋਂ 70 ਕੱਢੇ 30, 30/100, ਬਟਾ 100 ਕਿਉਂ ਲਗਾਇਆ, ਕਿਉਂਕਿ ਪਰਸੈਂਟੇਜ ਪਈ ਆ ਨਾਲ, ਠੀਕ ਹੈ। ਟੋਟਲ ਪਰਸੈਂਟੇਜ ਅਸੀਂ 100 ਲੈ ਕੇ ਚੱਲੇ, ਜਿੰਨੇ ਉਹਨੇ ਖਰਚ ਕੀਤੇ ਉਹਨੇ ਅਸੀਂ ਪਰਸੈਂਟੇਜ 'ਚੋਂ ਘਟਾ ਲਏ, ਜਿੰਨੀ ਉਹਨੇ ਬੱਚਤ ਕੀਤੀ ਉਹ ਅਸੀਂ ਬਰਾਬਰ ਰੱਖ ਲਈ। ਇਸ 0 ਨਾਲ 0 ਕੱਟ ਕਰਤੀ, ਇਸ 0 ਨਾਲ 0 ਕੱਟੇ, ਸ਼ਾਰਟ ਟ੍ਰਿਕ ਕਰਵਾ ਰਹੀ ਹਾਂ ਮੈਂ ਤੁਹਾਨੂੰ, ਠੀਕ ਹੈ। ਹੁਣ ਦੇਖੋ ਇਹਦੇ ਵਿੱਚ x ਬਰਾਬਰ ਹੈ 3600 ਗੁਣਾ 10, ਇਹ ਵੀ ਇੱਧਰ 10 ਡਿਵਾਈਡ ਹੋ ਰਿਹਾ ਅਤੇ ਇਹ ਵੀ 10 ਡਿਵਾਈਡ ਹੋ ਰਿਹਾ ਵਾ, ਦੂਜੇ ਪਾਸੇ ਜਾ ਕੇ ਕੀ ਹੋ ਜਾਂਦੇ ਆ, ਉਲਟ ਹੋ ਜਾਂਦੇ ਆ। ਹੁਣ ਮਲਟੀਪਲਾਈ ਹੋ ਗਏ ਨਾ, ਅਤੇ ਸੇਮ ਇੱਦਾਂ 8 ਅਤੇ 3 ਇੱਧਰ ਮਲਟੀਪਲਾਈ ਹੋ ਰਹੇ ਸੀ, ਅਤੇ ਇੱਧਰ ਆ ਕੇ ਕੀ ਹੋ ਗਏ, ਡਿਵਾਈਡ ਹੋ ਗਏ। ਹੁਣ ਦੇਖੋ ਇੱਥੇ ਤੁਹਾਡੇ ਕੋਲ ਕੀ ਆ ਗਿਆ, 1 ਤੀਆ 30, 12 ਤੀਆ 36, ਸੌਰੀ ਮੈਂ ਇੱਥੇ 3600 ਲਿਖਣਾ ਸੀ, ਠੀਕ ਹੈ, 12 ਤੀਆ 36, ਤਾਂ ਇੱਥੇ ਤੁਹਾਡੇ ਕੋਲ ਕਿੰਨਾ ਆ ਗਿਆ, ਸੌਰੀ 12 ਤੀਆ 36, 1200 ਆ ਗਿਆ। ਫਿਰ ਸੇਮ ਤੁਸੀਂ ਇੱਥੇ ਕੀ ਕਰੋਗੇ, ਇੱਥੋਂ ਤੁਸੀਂ 0 ਕੱਟ ਕੀਤੀ, ਠੀਕ ਹੈ। ਇੱਥੋਂ ਜਦੋਂ ਤੁਸੀਂ ਕੱਟ ਕੀਤਾ 4 ਦੇ ਪਹਾੜੇ 'ਤੇ, ਤਾਂ ਇੱਥੇ ਤੁਹਾਡੇ ਕੋਲ ਆ ਗਿਆ 300, ਅਤੇ ਇੱਥੇ ਕਿੰਨਾ ਆ ਗਿਆ, 2 ਆ ਗਿਆ। ਹੁਣ 1 ਦੂਣੀ 2 ਨਹੀਂ, 5 ਦੂਣੀ 10, 300 ਗੁਣਾ 5 ਕੀਤਾ ਤਾਂ 1500 ਬਣ ਗਿਆ, 1500 ਨਾਲ 0 ਲਾਵਾਂਗੇ ਤਾਂ 15000 ਬਣ ਗਿਆ, 1500 ਗੁਣਾ 10 15000 ਬਣ ਜਾਣਾ, ਤਾਂ ਆਪਸ਼ਨ ਤੁਹਾਡੇ ਕੋਲੇ A ਰਾਈਟ ਹੋਵੇਗੀ, ਠੀਕ ਹੈ। ਨੈਕਸਟ ਕੁਐਸਚਨ ਹੈ ਜੀ, ਖੰਡ ਦੀ ਕੀਮਤ ਵਿੱਚ 20% ਕਟੌਤੀ ਕਰਕੇ 2 ਕਿਲੋ ਹੋਰ ਖੰਡ 80 ਰੁਪਏ ਵਿੱਚ ਮਿਲਦੀ ਆ। ਖੰਡ ਦੀ ਕੀਮਤ ਵਿੱਚ ਕਟੌਤੀ ਤੋਂ ਪਹਿਲਾਂ ਪ੍ਰਤੀ ਕਿਲੋ ਖੰਡ ਦੀ ਕੀਮਤ ਕੀ ਸੀ।
हाँ जी, ਨੈਕਸਟ ਸਮ ਦੇ ਵਿੱਚ ਦੇਖੋ ਇਹਦੇ ਵਿੱਚ ਵੀ ਅਸੀਂ ਸ਼ਾਰਟ ਟ੍ਰਿਕ ਲਗਾਵਾਂਗੇ ਕਿ ਖੰਡ ਦੀ ਕੀਮਤ ਦੇ ਵਿੱਚੋਂ 20% ਦੀ ਕਟੌਤੀ ਕਰ ਦਿੱਤੀ ਗਈ। 20% ਦੀ ਕਟੌਤੀ ਕੀਤੀ ਗਈ ਤਾਂ ਖੰਡ ਦੀ ਕੀਮਤ ਦੇ ਵਿੱਚੋਂ ਜਦੋਂ ਸਾਨੂੰ ਨਹੀਂ ਪਤਾ ਖੰਡ ਦੀ ਕੀਮਤ ਕਿੰਨੀ ਆ, ਅਸੀਂ ਮੰਨ ਲੈਂਦੇ ਹਾਂ ਕਿ x ਆ, ਠੀਕ ਹੈ। 20% ਦੀ ਉਹਦੇ ਵਿੱਚੋਂ ਜਦੋਂ ਕਟੌਤੀ ਕੀਤੀ ਜਾਂਦੀ ਆ ਤਾਂ ਕੀ ਹੁੰਦਾ ਵਾ, 2 ਕਿਲੋ ਖੰਡ ਹੋਰ ਮਿਲਦੀ ਆ। 2 ਕਿਲੋ ਖੰਡ ਹੋਰ ਮਿਲਦੀ ਹੈ ਤਾਂ ਹੁਣ ਦੇਖੋ ਇਹਦੇ ਵਿੱਚ ਕੀ ਆ, ਪਰਸੈਂਟੇਜ ਨੂੰ ਅਸੀਂ ਹਟਾ ਕੇ ਬਟਾ ਲਾ ਦਾਂਗੇ 100। ਹੁਣ 20 ਏਕਮ 20, 20 5 100 ਤਾਂ x ਦੀ ਕੀਮਤ ਕਿੰਨੀ ਆਈ ਆ, 5 ਇੱਧਰ ਡਿਵਾਈਡ ਹੋ ਰਿਹਾ, ਉੱਧਰ ਜਾ ਕੇ ਗੁਣਾ ਹੋ ਗਿਆ, 5 ਦੂਣੀ 10 ਤਾਂ x ਹੋ ਗਿਆ 10। ਮਤਲਬ ਚੀਨੀ ਦਾ ਜਿਹੜਾ ਰੇਟ ਆ ਪਹਿਲਾਂ ਕਿੰਨਾ ਸੀਗਾ, 10 ਰੁਪਏ ਸੀਗਾ, ਠੀਕ ਹੈ। ਇਹ ਤੁਸੀਂ ਯਾਦ ਰੱਖਣਾ। ਨੈਕਸਟ ਕੁਐਸਚਨ ਹੈ ਜੀ, ਰਾਮ ਦੇ ਖਰਚੇ ਅਤੇ ਬਚਤ ਵਿਚਕਾਰ 5:3 ਹੈ। ਖਰਚਾ ਕਿੰਨਾ ਵਾ ਉਹਦਾ 5x ਮੰਨਾਂਗੇ ਅਸੀਂ ਅਤੇ ਬਚਤ ਕਿੰਨੀ ਆ 3x। ਜੇਕਰ ਉਸ ਦੀ ਆਮਦਨ ਵਿੱਚ 12% ਅਤੇ ਖਰਚੇ ਵਿੱਚ 15% ਦਾ ਵਾਧਾ ਹੁੰਦਾ ਤਾਂ ਉਸ ਦੀ ਬਚਤ ਵਿੱਚ ਕਿੰਨੇ ਪ੍ਰਤੀਸ਼ਤ ਵਾਧਾ ਹੋਵੇ। ਹਾਂਜੀ, ਤਾਂ ਇਹਦੇ ਵਿੱਚ ਤੁਹਾਡੇ ਕੋਲੇ ਇਹਦੇ ਕੋਰਸਪੋਂਡਿੰਗ ਖਰਚੇ ਕਿੰਨੇ ਆ, 5x ਹੋ ਗਏ, ਬਚਤ ਕਿੰਨੀ ਆ 3x ਹੋ ਗਈ। ਜੇਕਰ ਉਹਦੀ ਆਮਦਨ ਦੇ ਵਿੱਚ 12% ਦਾ ਵਾਧਾ ਕਰ ਦਿੱਤਾ ਜਾਂਦਾ ਵਾ, ਠੀਕ ਹੈ, ਅਤੇ ਖਰਚੇ ਦੇ ਵਿੱਚ 15% ਦਾ ਵਾਧਾ ਕਰ ਦਿੱਤਾ ਜਾਂਦਾ ਵਾ ਤਾਂ ਉਸ ਦੀ ਬਚਤ ਵਿੱਚ ਕਿੰਨੇ ਪ੍ਰਤੀਸ਼ਤ ਵਾਧਾ ਹੋਵੇਗਾ। ਹੁਣ ਤੁਸੀਂ ਇਹੀ ਕੱਢਣਾ ਕਿ ਬਚਤ ਦੇ ਵਿੱਚ ਕਿੰਨੇ ਪ੍ਰਤੀਸ਼ਤ ਵਾਧਾ ਹੋਵੇਗਾ। ਤਾਂ ਇਹ ਕੱਢਣ ਦੇ ਲਈ ਤੁਸੀਂ ਕੀ ਕਰਨਾ ਵਾ, ਹੁਣ ਦੇਖੋ ਆਮਦਨ ਦੇ ਵਿੱਚ 12% ਦਾ ਵਾਧਾ ਹੋਇਆ ਨਾ, ਮੰਨ ਲੈਂਦੇ ਹਾਂ ਟੋਟਲ ਆਮਦਨ ਕਿੰਨੀ ਆ 100% ਆ ਤਾਂ ਕਿੰਨਾ ਬਣ ਗਿਆ 112% ਬਣ ਗਿਆ। ਇੱਥੇ ਅਸੀਂ ਕਰਦੇ ਨੇ ਇਹਨਾਂ ਦੋਨਾਂ ਨੂੰ ਪਲੱਸ, ਕਿਉਂਕਿ ਜੇ ਟੋਟਲ ਆਮਦਨ ਲਿਖ ਰਹੇ ਹਾਂ ਤੇ ਇਹ ਵੀ ਤਾਂ ਟੋਟਲ ਆਮਦਨ ਦਾ ਹੀ ਆ, ਖਰਚ ਤੇ ਬਚਤ। ਤੇ ਇਹ ਕਿੰਨਾ ਬਣ ਗਿਆ ਤੁਹਾਡੇ ਕੋਲੇ 8x ਬਰਾਬਰ ਹੈ 112 ਤੇ x ਦੀ ਵੈਲਿਊ ਆ ਗਈ ਤੁਹਾਡੇ ਕੋਲੇ 112। ਇੱਥੇ 112 ਲਿਖਣਾ, ਠੀਕ ਹੈ, 112/8। ਹੁਣ x ਦੀ ਵੈਲਿਊ ਆ ਗਈ 112/8। ਅਸੀਂ ਗੱਲ ਕਿਹਦੀ ਕਰ ਰਹੇ ਹਾਂ, ਬਚਤ ਦੀ। ਜਦੋਂ ਅਸੀਂ ਗੱਲ ਕਰ ਰਹੇ ਹਾਂ ਬਚਤ ਦੀ ਤਾਂ ਬਚਤ ਦੀ ਗੱਲ ਕਰ ਰਹੇ ਹਾਂ, ਦੇਖੋ ਇੱਧਰ ਕਿਵੇਂ ਬਣ ਰਿਹਾ ਵਾ, ਹੁਣ ਤੁਹਾਡੇ ਕੋਲ ਆ ਗਿਆ ਬਚਤ ਕਿੰਨੀ ਸੀ 3x ਸੀਗੀ ਨਾ, x ਦੀ ਵੈਲਿਊ ਪੁੱਟ ਕਰ ਦਿਓ 112/8, ਠੀਕ ਹੈ, ਨਾਲ 3 ਤਾਂ ਹੈਗਾ ਹੀ ਆ। ਹੁਣ ਜਦੋਂ ਤੁਸੀਂ ਇਹਨੂੰ ਇਹਦੇ ਨਾਲ ਡਿਵਾਈਡ ਕਰੋਗੇ, ਡਿਵਾਈਡ ਕਰਕੇ ਦੇਖ ਲੈਣਾ। ਹਾਂਜੀ, ਤਾਂ ਦੇਖੋ 1 8 8 ਆ, ਇੱਥੇ ਵੀ ਲੱਗ ਗਿਆ ਤੁਹਾਡੇ ਕੋਲੇ 1 8 8 ਆ, ਨਾਲ ਕੀ ਰਹਿ ਗਿਆ 4, ਫਿਰ ਸੱਤੂ ਤੁਹਾਡੇ ਕੋਲੇ ਕਿੰਨਾ ਬਚ ਜਾਣਾ ਵਾ ਫਿਰ, ਹਾਂਜੀ 4 4, ਹਾਂਜੀ ਇੱਥੇ 112 ਸੀ, ਠੀਕ ਹੈ, ਮੈਂ 122 ਫਿਰ ਤੋਂ ਲਿਖ ਦਿੱਤਾ, ਇਸ ਗੱਲ ਦਾ ਤੁਸੀਂ ਵੀ ਧਿਆਨ ਰੱਖਣਾ। ਹੁਣ ਦੇਖੋ ਤਾਂ ਇੱਥੇ ਤੁਹਾਡੇ ਕੋਲ ਬਚ ਗਿਆ 3, ਉੱਪਰੋਂ ਉਤਾਰਿਆ ਤੁਸੀਂ 2, 8 ਚੌਕਾ 32 ਹੁੰਦੇ ਆ, 14 ਆ ਗਿਆ, 14 ਨੂੰ 3 ਨਾਲ ਗੁਣਾ ਕਰੋਗੇ, 14 14 14 ਨੂੰ 28 14 30 42, ਤਾਂ x ਦੀ ਵੈਲਿਊ ਤੁਹਾਡੇ ਕੋਲੇ ਕਿੰਨੀ ਆ ਗਈ 42 ਆ ਗਿਆ। ਤਾਂ ਇਹਦਾ ਮਤਲਬ ਜਿਹੜੀ ਸੌਰੀ ਬਚਤ x ਦੀ ਵੈਲਿਊ ਤਾਂ ਅਸੀਂ ਪੁੱਟ ਕਰਤੀ ਸੀ, ਤਾਂ ਬਚਤ ਕਿੰਨੀ ਆ ਗਈ ਤੁਹਾਡੇ ਕੋਲੇ 42। ਹੁਣ ਅਸੀਂ ਬਚਤ ਕੀ ਕਰਨੀ ਆ, ਉਹਨਾਂ ਨੇ ਕੀ ਪੁੱਛਿਆ ਕਿ ਕਿੰਨੇ ਪ੍ਰਤੀਸ਼ਤ ਦਾ ਵਾਧਾ ਹੋਇਆ, ਅਸੀਂ ਇਹ ਦੇਖਣਾ ਕਿ ਬਚਤ ਦੇ ਵਿੱਚ ਕਿੰਨੇ ਪ੍ਰਤੀਸ਼ਤ ਦਾ ਵਾਧਾ ਹੋਇਆ। ਪਹਿਲਾਂ ਤਾਂ ਤੁਸੀਂ ਦੇਖੋ ਖਰਚੇ ਨੂੰ ਮੈਂ ਇੱਥੇ k ਨਾਲ ਡਿਨੋਟ ਕਰ ਲੈਂਦੀ ਹਾਂ ਅਤੇ ਬਚਤ ਨੂੰ ਮੈਂ ਇੱਥੇ b ਨਾਲ ਹੀ ਡਿਨੋਟ ਕਰ ਲੈਂਦੀ ਹਾਂ, ਠੀਕ ਹੈ। ਹੁਣ ਬਚਤ ਦੇ ਵਿੱਚ ਖਰਚੇ ਦੇ ਵਿੱਚ 15% ਦਾ ਵਾਧਾ ਹੋਇਆ, ਕਿੰਨੇ ਦਾ ਹੋ ਗਿਆ 15 ਦਾ। ਹੁਣ ਦੇਖੋ ਇੱਥੋਂ 15 ਕਿਵੇਂ ਬਣਿਆ, ਜਦੋਂ ਮੈਂ 3 ਨਾਲ ਮਲਟੀਪਲਾਈ ਕਰਦੀ ਹਾਂ ਤਾਂ ਮੈਂ ਪੂਰੀ ਰੇਸ਼ੋ ਨੂੰ ਹੀ 3 ਨਾਲ ਮਲਟੀਪਲਾਈ ਕਰਾਂ ਤਾਂ ਇੱਥੇ ਕਿੰਨਾ ਬਣ ਗਿਆ 9 ਬਣ ਗਿਆ, ਠੀਕ ਹੈ, ਕਿੰਨਾ ਬਣ ਗਿਆ 9। ਹੁਣ ਦੇਖੋ ਤੁਸੀਂ 3 ਤੇ 9 3 ਤੇ 9 ਇਹ ਬਚਤ ਦਾ ਨਾ, ਜਦੋਂ ਇਹਦੇ ਵਿੱਚ 3% ਵਾਧਾ ਹੋ ਗਿਆ ਤਾਂ ਇੱਥੇ 9 ਬਣਦਾ ਵਾ, ਠੀਕ ਹੈ, ਪਰ ਅਸੀਂ ਕਿੰਨਾ ਕੱਢਿਆ ਹੋਇਆ ਵਾ 42। ਹੁਣ 3 ਤੇ 9 ਦਾ ਡਿਫਰੈਂਸ ਕਿੰਨਾ ਵਾ, 3 ਤੇ 9 ਦਾ ਡਿਫਰੈਂਸ ਹੈਗਾ ਵਾ 6 6 ਨਾਲ ਜਦੋਂ ਤੁਸੀਂ ਡਿਵਾਈਡ ਕੀਤੀ 36 6 42, 7 ਤੁਹਾਡੇ ਕੋਲ ਇੱਥੇ ਆਨਸਰ ਆ ਗਿਆ, ਆਪਸ਼ਨ ਨੰਬਰ B ਇਜ਼ ਦਾ ਰਾਈਟ ਆਨਸਰ, ਠੀਕ ਹੈ। ਨੈਕਸਟ ਕੁਐਸਚਨ ਹੈ ਜੀ ਕੁਐਸਚਨ ਨੰਬਰ 16, ਕਿਸੇ ਸੰਖਿਆ ਦਾ 3/7, ਹਾਂਜੀ ਕਿਸੇ ਸੰਖਿਆ ਦਾ 3/7 2/3 ਅਤੇ 3/5 ਦਾ 150 ਹੈ। ਕੋਈ ਸੰਖਿਆ ਵਾ ਜਿਹਦਾ ਅਸੀਂ 3/7 ਕਰਦੇ ਹਾਂ, 2/3 ਕਰਦੇ ਹਾਂ ਅਤੇ ਉਸੇ ਦਾ ਹੀ ਮੈਂ ਤੁਹਾਨੂੰ ਦੱਸਿਆ ਸੀ ਅੱਗੇ ਵੀ ਕਿ ਦਾ ਦੀ ਜਗ੍ਹਾ ਤੇ ਤੁਸੀਂ ਗੁਣਾ ਪਾਉਂਦੇ ਜਾਣਾ। ਦਾ ਸਾਨੂੰ ਪਤਾ ਨਹੀਂਗਾ, ਅਸੀਂ x ਮੰਨ ਲਿਆ, ਜਿਹੜੀ ਸੰਖਿਆ ਵਾ ਉਹ ਸਾਨੂੰ ਪਤਾ ਨਹੀਂਗਾ, ਅਸੀਂ x ਮੰਨ ਲਈ, ਤਾਂ ਬਰਾਬਰ ਕਿਹਦੇ 150 ਦੇ ਆ, ਬਰਾਬਰ ਪਾਇਆ, ਠੀਕ ਹੈ, ਮੈਂ ਇਸ ਗੱਲ ਦਾ ਧਿਆਨ ਰੱਖਣਾ, ਬਰਾਬਰ ਆ ਗਿਆ 150 ਦੇ। ਹੁਣ ਕੀ ਕਰਨਾ, ਤੁਸੀਂ ਕੁਛ ਵੀ ਨਹੀਂ ਕਰਨਾ, ਦੇਖੋ ਆਹ 3 ਨਾਲ ਆਹ 3 ਕੈਂਸਲ ਹੋ ਗਿਆ, ਠੀਕ ਹੈ। ਹੋਰ ਦੇਖੋ ਕੋਈ ਹੋ ਰਿਹਾ ਕੈਂਸਲ, ਨਹੀਂ ਹੋ ਰਿਹਾ, ਤਾਂ ਤੁਸੀਂ ਕੀ ਕਰਨਾ ਵਾ, ਹੁਣ ਦੇਖੋ ਇੱਥੇ ਸਾਡੇ ਕੋਲ ਕੀ ਸੀ 3/7 x ਦਾ, ਠੀਕ ਹੈ, 2/3, ਇੱਥੋਂ ਤਾਂ ਰਹਿ ਗਿਆ 2/5 ਰਹਿ ਜਾਣਾ, ਕਿਉਂਕਿ ਇਹ 3 ਨਾਲ 3 ਅਸੀਂ ਕੈਂਸਲ ਕਰ ਚੁੱਕੇ ਹਾਂ, ਬਰਾਬਰ ਆ ਗਿਆ 150 ਦੇ।
हाँ जी किन्ने ਦੇ ਬਰਾਬਰ ਆ ਗਿਆ 150 ਦੇ। ਹੁਣ ਦੇਖੋ 150 ਗੁਣਾ 7 7 5 35 ਡਿਵਾਈਡ ਤੁਸੀਂ ਕਿਹਦੇ ਨਾਲ ਕਰੋਗੇ 3 ਗੁਣਾ 2 ਦੇ ਨਾਲ ਹੈ ਕਿਉਂਕਿ ਇੱਧਰ ਮਲਟੀਪਲਾਈ ਹੋ ਗਿਆ ਦੂਜੇ ਪਾਸੇ ਕੀ ਹੋਊਗਾ ਡਿਵਾਈਡ। ਹੁਣ ਦੇਖੋ ਇਸ ਤੋਂ ਬਾਅਦ ਕੀ ਕਰਨਾ ਵਾ 3 ਦੇ ਜਦੋਂ ਤੁਸੀਂ ਕੱਟੋਗੇ ਇੱਥੇ ਤੁਹਾਡੇ ਕੋਲੇ ਕਿੰਨਾ ਬਣ ਗਿਆ 50 ਠੀਕ ਹੈ ਤੇ ਜੋ 2 ਤੇ ਜਦੋਂ ਤੁਸੀਂ ਕੱਟੋਗੇ ਤਾਂ ਇੱਥੇ ਤੁਹਾਡੇ ਕੋਲ ਬਣ ਗਿਆ 25। 25 ਨੂੰ ਜਦੋਂ ਤੁਸੀਂ ਹਾਂਜੀ 25 ਨੂੰ ਜਦੋਂ ਤੁਸੀਂ 35 ਦੇ ਨਾਲ ਗੁਣਾ ਕਰੋਗੇ ਤਾਂ ਤੁਹਾਡੇ ਕੋਲ ਇੱਥੇ ਬਣ ਜਾਣਾ 875। ਕਿੰਨਾ ਬਣ ਗਿਆ 875। ਹੁਣ ਉਸ ਸੰਖਿਆ ਦਾ 60% ਕਿੰਨਾ ਹੋਵੇਗਾ। ਹੁਣ ਅਸੀਂ 875 ਦਾ 60% ਕੱਢਣਾ। 875 ਦਾ 60% ਕਿੱਦਾਂ ਕੱਢਣਾ ਵਾ ਹਾਂਜੀ ਗੁਣਾ 60/100। 60/100 ਕਿਉਂ ਲਾਇਆ ਕਿਉਂਕਿ ਪਰਸੈਂਟੇਜ ਦੇ ਨਾਲ ਕੀ ਦਿੱਤਾ ਹੋਇਆ ਵਾ ਸਾਨੂੰ ਪਰਸੈਂਟੇਜ ਨੂੰ ਅਸੀਂ ਹਟਾ ਕੇ 100 ਲਿਖ ਲੈਂਦੇ ਹੁੰਦੇ ਹਾਂ। ਇੱਥੇ ਆ 0 ਨਾਲ 0 ਤੁਹਾਡੀ ਕੈਂਸਲ। ਜਦੋਂ ਤੁਸੀਂ ਇਹਨੂੰ ਹੱਲ ਕਰੋਗੇ ਤਾਂ ਤੁਹਾਡੇ ਕੋਲੇ ਆਨਸਰ ਆ ਜਾਣਾ ਵਾ 525 ਠੀਕ ਹੈ। 10 ਨਾਲ ਡਿਵਾਈਡ ਵੀ ਕਰਨਾ ਤੇ 6 ਨਾਲ ਮਲਟੀਪਲਾਈ ਕਰ ਦੇਣਾ। ਹਾਂਜੀ ਨੈਕਸਟ ਕੁਐਸਚਨ ਕਰਦੇ ਹਾਂ ਅਸੀਂ। ਇੱਕ ਕੰਪਨੀ ਵਿੱਚ 80 ਇੰਜੀਨੀਅਰ ਹੁੰਦੇ ਹਨ। ਜੇਕਰ ਉੱਥੇ ਇੰਜੀਨੀਅਰਾਂ ਦੀ ਗਿਣਤੀ ਕੁੱਲ ਕਾਮਿਆਂ ਦੀ ਗਿਣਤੀ ਦਾ 40 ਹੈ ਤਾਂ ਉਸ ਕੰਪਨੀ ਵਿੱਚ ਕੁੱਲ ਕਿੰਨੇ ਕਰਮਚਾਰੀ ਕੰਮ ਕਰਦੇ ਹਨ। ਹਾਂਜੀ ਹੁਣ ਅਸੀਂ ਕੀ ਲੱਭਣਾ ਵਾ ਕਿ ਕਰਮਚਾਰੀ ਕਿੰਨੇ ਕੰਮ ਕਰਦੇ ਆ। ਹੁਣ ਦੇਖੋ ਤੁਹਾਨੂੰ ਕੁੱਲ ਇੰਜੀਨੀਅਰ ਕਿੰਨੇ ਦਿੱਤੇ ਹੋਏ ਆ ਕੁੱਲ ਕਾਮੇ ਕਿੰਨੇ ਆ 80 ਦਿੱਤੇ ਹੋਏ ਆ। ਮੰਨ ਲਿਆ ਕੰਪਨੀ ਦੇ ਵਿੱਚ ਜਿਹੜੇ ਕਰਮਚਾਰੀ ਆ ਉਹ ਕਿੰਨੇ ਆ ਐਕਸ ਆ ਕਿਉਂਕਿ ਅਸੀਂ ਕਰਮਚਾਰੀ ਲੱਭਣੇ ਆ ਕਿੰਨੇ ਆ ਐਕਸ। ਹਾਂਜੀ ਅਸੀਂ ਮੰਨ ਲੈਂਦੇ ਹਾਂ ਇੱਥੇ ਕਿ ਐਕਸ ਆ ਠੀਕ ਹੈ। ਹੁਣ ਐਕਸ ਉਹਨਾਂ ਨੇ ਕੀ ਕਿਹਾ ਵਾ ਕਿ ਇੰਜੀਨੀਅਰਾਂ ਦੀ ਗਿਣਤੀ ਕੁੱਲ ਕਾਮਿਆਂ ਦੀ ਗਿਣਤੀ ਦਾ। ਹੁਣ ਇਹਨਾਂ ਦੀ ਗਿਣਤੀ ਕੀ ਆ ਕੁੱਲ ਕਾਮਿਆਂ ਦੀ ਗਿਣਤੀ। ਕੁੱਲ ਕਾਮੇ ਕਿੰਨੇ ਲੈ ਲਏ ਅਸੀਂ ਐਕਸ ਲਏ ਹੋਏ ਆ। ਇਹਨਾਂ ਦੀ ਕਾਮਿਆਂ ਦੀ ਗਿਣਤੀ ਦਾ 40% ਆ। ਹੁਣ ਐਕਸ ਦਾ 40% ਹੀ ਕਰਨਾ ਸੀ ਪਰਸੈਂਟੇਜ ਦਾ ਤਾਂ ਬਟਾ 100 ਲੱਗ ਜਾਣਾ ਠੀਕ ਹੈ। ਸੇਮ ਇੱਦਾਂ ਹੀ ਕਰਦੇ ਆ ਤਾਂ ਇੱਥੇ ਆ 0 ਨਾਲ 0 ਕੈਂਸਲ ਤੁਹਾਡੀ। ਇੱਥੇ ਦੇਖੋ ਹੋਰ ਕੁਝ ਕੈਂਸਲ ਹੋ ਰਿਹਾ। ਇੱਥੇ ਆ ਗਿਆ ਤੁਹਾਡੇ ਕੋਲੇ 2 ਇੱਥੇ ਆ ਗਿਆ 5। ਹੁਣ ਇਹ 5 ਆ ਜਿਹੜਾ ਇੱਧਰ ਆ ਕੇ ਕੀ ਹੋ ਜਾਊਗਾ ਮਲਟੀਪਲਾਈ ਕਿਉਂਕਿ ਉੱਧਰ ਡਿਵਾਈਡ 'ਚ ਪਿਆ ਵਾ ਤੇ ਇੱਧਰ ਆ ਕੇ 2 ਆ ਜਿਹੜਾ ਇੱਧਰ ਮਲਟੀਪਲਾਈ ਹੋ ਰਿਹਾ ਤੇ ਇੱਧਰ ਆ ਕੇ ਕੀ ਹੋ ਜਾਊਗਾ ਡਿਵਾਈਡ। ਐਕਸ ਦੀ ਵੈਲਿਊ ਕੱਢਣੀ ਆ ਮੇਨ ਮੁੱਦਾ ਸਾਡਾ ਇਹੀ ਆ। ਤੇ ਇੱਥੇ ਆ ਗਿਆ ਤੁਹਾਡੇ ਕੋਲ 40 ਗੁਣਾ 5 40 ਗੁਣਾ 5। ਹੁਣ 40 ਨੂੰ ਤੁਸੀਂ 5 ਨਾਲ ਗੁਣਾ ਕਰੋਗੇ ਤਾਂ 4 5 ਆ 20 ਹੁੰਦੇ ਆ ਨਾਲ 0 ਲਾ ਦਿਓ 200 ਤੁਹਾਡਾ ਆਨਸਰ ਆ ਗਿਆ ਤਾਂ ਆਪਸ਼ਨ ਸੀ ਇੱਥੇ ਰਾਈਟ ਆਨਸਰ ਹੋਵੇਗਾ। ਨੈਕਸਟ ਕੁਐਸਚਨ ਹੈ ਜੀ ਕੁਐਸਚਨ ਨੰਬਰ 18। ਇਹਦੇ ਵਿੱਚ ਦੇਖੋ ਇੱਕ ਪ੍ਰੀਖਿਆ ਦੇ ਵਿੱਚ ਜਿਸ ਵਿੱਚ ਪੂਰੇ ਨੰਬਰ 500 ਆ। ਕੋਈ ਪ੍ਰੀਖਿਆ ਵਾ ਜਿਹਦੇ ਵਿੱਚ ਟੋਟਲ ਨੰਬਰ ਕਿੰਨੇ ਆ 500 ਆ ਠੀਕ ਹੈ। ਹਾਂਜੀ ਇੱਕ ਪ੍ਰੀਖਿਆ ਦੇ ਜਿਹਦੇ ਵਿੱਚ ਪੂਰੇ ਨੰਬਰ ਟੋਟਲ ਨੰਬਰ ਆ ਜਿਹੜੇ 500 ਆ ਠੀਕ ਹੈ। ਹੁਣ ਜਿਵੇਂ ਮੈਂ ਤੁਹਾਨੂੰ ਦੱਸਿਆ ਸੀ ਕਿ ਟੋਟਲ ਨੰਬਰ ਅਸੀਂ ਪਰਸੈਂਟੇਜ ਕਿਵੇਂ ਕੱਢਦੇ ਹਾਂ ਹੇਠਾਂ ਲਿਖਦੇ ਹਾਂ ਟੋਟਲ ਨੰਬਰ ਗੁਣਾ ਕਰਦੇ ਹਾਂ 100 ਨਾਲ ਤੇ ਜਿੰਨੇ ਨੰਬਰ ਆਏ ਉਹ ਉੱਪਰ ਲਿਖਦੇ ਹਾਂ ਅੱਗੇ। ਦੇਖੋ ਹੋ ਸਕਦਾ ਸਾਨੂੰ ਇਹ ਫਾਰਮੂਲਾ ਕੰਮ ਆ ਜੇ। ਏ ਨੇ ਬੀ ਨਾਲੋਂ 10% ਅੰਕ ਘੱਟ ਪ੍ਰਾਪਤ ਕੀਤੇ ਆ। ਇਸੇ ਵਿੱਚ ਬੀ ਨੇ ਸੀ ਨਾਲੋਂ 25% ਵੱਧ ਅੰਕ ਪ੍ਰਾਪਤ ਕਰ ਲਏ। ਸੀ ਨੇ ਡੀ ਨਾਲੋਂ 20% ਅੰਕ ਘੱਟ ਅੰਕ ਪ੍ਰਾਪਤ ਕੀਤੇ ਆ। ਇਸ ਅਨੁਸਾਰ ਜੇਕਰ ਏ ਨੂੰ 360 ਅੰਕ ਮਿਲੇ ਆ ਤਾਂ ਡੀ ਨੇ ਪੂਰੇ ਦਾ ਕਿੰਨੇ ਪ੍ਰਤੀਸ਼ਤ ਅੰਕ ਪ੍ਰਾਪਤ ਕੀਤੇ ਆ। ਹਾਂਜੀ ਸਭ ਤੋਂ ਪਹਿਲਾਂ ਤੁਸੀਂ ਦੇਖੋ ਸਾਨੂੰ ਏ ਦੇ ਅੰਕ ਦਿੱਤੇ ਹੋਏ ਆ ਕਿੰਨੇ ਆ 360 ਦਿੱਤੇ ਹੋਏ ਆ ਕਿ ਏ ਨੇ ਕਿੰਨੇ ਅੰਕ ਪ੍ਰਾਪਤ ਕੀਤੇ ਆ 360 ਅੰਕ ਪ੍ਰਾਪਤ ਕੀਤੇ ਆ। ਜੇ ਏ ਨੇ 360 ਅੰਕ ਪ੍ਰਾਪਤ ਕੀਤੇ ਆ ਤਾਂ ਮੈਂ ਤੁਹਾਨੂੰ ਦੱਸਿਆ ਸੀ ਕਿ ਅਸੀਂ ਪਰਸੈਂਟੇਜ ਕਿੱਦਾਂ ਕੱਢਣੀ ਅਸੀਂ ਏ ਦੀ ਪਰਸੈਂਟੇਜ ਕੱਢ ਲੈਂਦੇ ਆ ਤੇ ਬਾਕੀ ਤਾਂ ਸਾਨੂੰ ਸਾਰਿਆਂ ਦੀ ਆਪਣੇ ਆਪ ਹੀ ਪਤਾ ਲੱਗ ਜਾਣੀ ਆ। 2 ਜ਼ੀਰੋਆਂ ਨਾਲ 2 ਜ਼ੀਰੋਆਂ ਕੱਟ 360 ਨੂੰ ਜਦੋਂ ਤੁਸੀਂ 5 ਤੇ ਡਿਵਾਈਡ ਕਰੋਗੇ 7 5 35 ਇੱਥੇ ਆ ਗਿਆ 72। ਏ ਦੇ ਅੰਕ ਆ ਗਏ ਤੁਹਾਡੇ ਕੋਲੇ ਟੋਟਲ 72। ਹੁਣ ਏ ਨੇ ਤਾਂ 72% ਪ੍ਰਾਪਤ ਕਰ ਲਏ ਤੇ ਬੀ ਨੇ ਦੇਖੋ ਕਿੰਨੇ ਕੀਤੇ ਆ। ਏ ਨੇ ਬੀ ਨਾਲੋਂ 10% ਘੱਟ ਅੰਕ ਪ੍ਰਾਪਤ ਕੀਤੇ ਆ। ਏ ਦੇ 10% ਘੱਟ ਆ ਬੀ ਨਾਲੋਂ। ਜੇ ਏ ਦੇ 72% ਆ ਤਾਂ ਬੀ ਦੇ ਕਿੰਨੇ ਹੋਣਗੇ 82% ਠੀਕ ਹੈ। ਤਾਂ ਬੀ ਦੇ ਕਿੰਨੇ ਹੋਣਗੇ 82%। ਸੇਮ ਇੱਦਾਂ ਅਸੀਂ ਸੀ ਦੇ ਕੱਢ ਲਾਂਗੇ। ਬੀ ਨੇ ਸੀ ਨਾਲੋਂ 25% ਅੰਕ ਵੱਧ ਆ। ਹੁਣ ਬੀ ਦੇ ਸੀ ਨਾਲੋਂ ਆ ਜਿਹੜੇ 25% ਅੰਕ ਵੱਧ ਆ ਤਾਂ ਅਸੀਂ 82 ਦੇ ਵਿੱਚੋਂ ਜਦੋਂ 25 ਘਟਾਤੇ ਤਾਂ ਸਾਡੇ ਕੋਲ ਇੱਥੇ ਆ ਜਾਣਾ ਵਾ 57% ਅੰਕ। ਸੇਮ ਇੱਦਾਂ ਹੀ ਡੀ ਦੇ ਕੱਢ ਲਾਂਗੇ ਤਾਂ ਡੀ ਦੇ ਕਿੰਨੇ ਆ ਉਹ ਕਹਿੰਦੇ ਸੀ ਨੇ ਡੀ ਨਾਲੋਂ 20% ਅੰਕ ਘੱਟ ਲਏ ਹੋਏ ਆ। ਸੀ ਨੇ ਡੀ ਨਾਲੋਂ 20% ਅੰਕ ਘੱਟ ਲਏ ਹੋਏ ਆ ਮਤਲਬ 20% ਅਸੀਂ ਜ਼ਿਆਦਾ ਕਰ ਦਈਏ ਇਹਦਾ ਤਾਂ ਸਾਡੇ ਕੋਲ ਬਣ ਗਿਆ 77%। ਹੁਣ 77 ਦੇ ਵਿੱਚ ਦੀ ਇਹਦੇ ਸਾਡੇ ਕੋਲ ਆਪਸ਼ਨ ਨਹੀਂ ਗਈ। 77 ਦੇ ਨੇੜੇ ਤੇੜ ਕਿਹੜੀ ਆ 77 ਦੇ ਨੇੜੇ ਤੇੜ ਕਿਹੜੀ ਆ ਬੀ ਆਪਸ਼ਨ ਆ ਤਾਂ ਆਪਸ਼ਨ ਨੰਬਰ ਬੀ ਇਸ ਕੁਐਸਚਨ ਦਾ ਰਾਈਟ ਆਨਸਰ ਹੋਵੇਗਾ ਠੀਕ ਹੈ। ਨੈਕਸਟ ਕੁਐਸਚਨ ਹੈ ਜੀ ਕੁਐਸਚਨ ਨੰਬਰ 19। 75 ਗ੍ਰਾਮ ਖੰਡ ਦੇ ਘੋਲ ਵਿੱਚ 75 ਗ੍ਰਾਮ ਖੰਡ ਦੇ ਘੋਲ ਦੇ ਵਿੱਚ 30% ਚੀਨੀ ਹੁੰਦੀ ਆ।
ਹੁਣ ਦੇਖੋ 75 ਗ੍ਰਾਮ ਤਾਂ ਖੰਡ ਦਾ ਘੋਲ ਆ, ਉਹਦੇ ਵਿੱਚ 30% ਦੀ ਚੀਨੀ ਪਾ ਦਿੱਤੀ ਜਾਂਦੀ ਹੈ। ਪਰਸੈਂਟੇਜ ਦਾ ਮਤਲਬ ਕੀ ਹੈ, ਡਿਵਾਈਡ 100 ਕਰ ਦਿਓ। ਹਾਂਜੀ, ਇਹਨੂੰ ਅਸੀਂ ਪਹਿਲਾਂ ਹੱਲ ਕਰ ਲੈਂਦੇ ਹਾਂ ਕਿ 75 ਗ੍ਰਾਮ ਚੀਨੀ ਦੇ ਘੋਲ ਦੇ ਵਿੱਚ ਕਿੰਨੀ ਮਾਤਰਾ ਵਾ। ਠੀਕ ਹੈ, ਕਿੰਨੀ ਮਾਤਰਾ ਵਾ ਕਿਹਦੀ, ਘੋਲ ਦੀ ਕਿੰਨੀ ਮਾਤਰਾ ਵਾ। ਠੀਕ ਹੈ, ਖੰਡ ਦੇ ਘੋਲ ਦੀ। ਤਾਂ ਹਾਂਜੀ, ਇਹਦੇ ਵਿੱਚੋਂ ਸਭ ਤੋਂ ਪਹਿਲਾਂ ਅਸੀਂ ਕੱਢ ਲੈਂਦੇ ਹਾਂ ਫਿਰ ਕਿੰਨੀ ਮਾਤਰਾ ਵਾ, 3/10। 3 ਦੇ ਨਾਲ ਤੁਸੀਂ 10 ਨੂੰ ਡਿਵਾਈਡ ਕਰਕੇ ਦੇਖ ਲੈਣਾ। ਉਸ ਤੋਂ ਬਾਅਦ 75 ਨਾਲ ਗੁਣਾ ਕਰ ਦੇਣਾ, ਤੁਹਾਡੇ ਕੋਲ ਆ ਜਾਊਗਾ ਇੱਥੇ 22.5 ਗ੍ਰਾਮ। 22.5 ਗ੍ਰਾਮ ਆ ਗਿਆ। ਫਿਰ ਦੇਖੋ ਅੱਗੇ ਕੁਐਸਚਨ ਪੜ੍ਹਦੇ ਹਾਂ। ਇਸ ਅਨੁਸਾਰ ਘੋਲ ਵਿੱਚ ਕਿੰਨੀ ਖੰਡ ਮਿਲਾਈ ਜਾਵੇ ਅਤੇ ਘੋਲ ਵਿੱਚ ਚੀਨੀ ਦੀ ਜਿਹੜੀ ਪ੍ਰਤੀਸ਼ਤ ਆ ਉਹ 70% ਹੋ ਜਾਵੇ। ਉਹ ਕਹਿੰਦੇ ਇਹਦੇ ਅਨੁਸਾਰ ਹੁਣ ਚੀਨੀ ਦੇ ਵਿੱਚ ਕਿੰਨਾ ਜਿਹੜਾ ਖੰਡ ਆ ਮਿਲਾਈ ਜਾਵੇ ਕਿ ਜਿਹੜੀ ਘੋਲ ਦੀ ਸੌਰੀ ਕਿੰਨੀ ਖੰਡ ਮਿਲਾਈ ਜਾਵੇ ਕਿ ਘੋਲ ਵਿੱਚ ਚੀਨੀ ਦੀ ਪ੍ਰਤੀਸ਼ਤ 70 ਹੋ ਜਾਵੇ। ਤਾਂ ਅਸੀਂ ਮੰਨ ਲੈਂਦੇ ਹਾਂ ਕਿ ਮੰਨ ਲਿਆ ਚੀਨੀ ਦੇ ਘੋਲ ਵਿੱਚ x ਗ੍ਰਾਮ ਚੀਨੀ ਬਣਾਈ ਅਸੀਂ, x ਗ੍ਰਾਮ। ਠੀਕ ਹੈ, ਖੰਡ ਦੇ ਘੋਲ ਵਿੱਚ x ਗ੍ਰਾਮ ਮਿਲਾ ਦਿੱਤੀ ਖੰਡ ਜਿਹੜੀ। ਤੇ ਹਾਂਜੀ, ਜਦੋਂ ਅਸੀਂ x ਗ੍ਰਾਮ ਬਣਾ ਦਿੱਤੀ ਆ ਤਾਂ ਹੁਣ ਇਹਦੇ ਵਿੱਚ ਕੀ ਆ ਜਾਣਾ ਤੁਹਾਡੇ ਕੋਲੇ, x ਦਾ ਹੀ 75% ਕਰੋਗੇ। ਠੀਕ ਹੈ, 75% x ਦਾ, ਇਹਦਾ ਅਸੀਂ 70% ਅੱਗੇ ਕੱਢ ਲਾਂਗੇ। 70% ਜਦੋਂ ਕੱਢਿਆ ਤੇ ਉਹ ਕਿਹਦੇ ਬਰਾਬਰ ਆ ਜਾਣਾ ਵਾ, ਕਿਉਂਕਿ ਅਸੀਂ ਮੰਨ ਲਿਆ ਕਿ ਜਿਹੜਾ ਚੀਨੀ ਦਾ ਘੋਲ ਆ ਉਹਦੇ ਵਿੱਚ x ਗ੍ਰਾਮ ਚੀਨੀ ਮਿਲਾਈ ਗਈ ਆ, ਤਾਂ 75 ਗ੍ਰਾਮ ਤਾਂ ਟੋਟਲ ਹੀ ਸੀਗੀ, ਤਾਂ x ਅਸੀਂ ਵਿੱਚ ਐਡ ਕਰਕੇ ਉਹਦਾ 70% ਕੱਢ ਲਾਂਗੇ। ਤੇ ਜਦੋਂ ਅਸੀਂ ਇਹਦਾ 70% ਕੱਢਾਂਗੇ, ਬਰਾਬਰ ਕਿਹਦੇ ਰੱਖਣਾ ਵਾ, ਬਰਾਬਰ ਤਾਂ ਅਸੀਂ ਜਿਹੜਾ ਟੋਟਲ ਕੱਢਿਆ ਵਾ ਉਹਦੇ ਬਰਾਬਰ ਰੱਖਾਂਗੇ ਤੇ ਉਹਦੇ ਵਿੱਚ ਵੀ ਅਸੀਂ x ਐਡ ਕਰਾਂਗੇ। ਠੀਕ ਹੈ, ਕੀ ਕਰਾਂਗੇ, x ਐਡ। ਹਾਂਜੀ, ਅੱਗੇ ਹੁਣ ਅਸੀਂ ਇਸ ਕੁਐਸਚਨ ਨੂੰ ਹੱਲ ਕਰਦੇ ਹਾਂ। ਹੁਣ ਤਾਂ ਕੁਛ ਵੀ ਨਹੀਂ ਰਹਿ ਗਿਆ। ਜਦੋਂ ਤੁਸੀਂ 75 ਪਲੱਸ x ਦਾ 70% ਕਰੋਗੇ ਤਾਂ ਤੁਹਾਡੇ ਕੋਲੇ ਕਿੰਨਾ ਬਣ ਜਾਣਾ ਇੱਥੇ, 75 ਪਲੱਸ x। ਠੀਕ ਹੈ, ਇਹਨੂੰ ਗੁਣਾ ਕਰਨੀ ਆ ਤੁਸੀਂ 70/100 ਨਾਲ। 70/100 ਬਰਾਬਰ ਕਿਹਦੇ ਆ ਗਿਆ, 22.5 ਪਲੱਸ x। ਹੁਣ ਮੈਂ ਕਲੀਅਰ ਲਿਖਤਾ, ਤੁਸੀਂ ਵੀ ਇੱਕ ਮਿੰਟ ਲਈ ਇਹਨੂੰ ਕਾਪੀ 'ਤੇ ਲਿਖੋ ਅਤੇ ਖੁਦ ਮੇਰੇ ਨਾਲ ਹੱਲ ਕਰਨ ਦੀ ਕੋਸ਼ਿਸ਼ ਕਰੋ। ਠੀਕ ਹੈ, ਹੁਣ ਅਸੀਂ ਕੀ ਕਰਾਂਗੇ, ਐਲਸੀਅਮ ਲੈ ਲੈਂਦੇ ਹਾਂ। ਸਭ ਤੋਂ ਪਹਿਲਾਂ ਤਾਂ ਦੇਖੋ 0 ਦੇ ਨਾਲ 0 ਕੈਂਸਲ, ਫਿਰ ਤੁਹਾਡੇ ਕੋਲੇ ਕੀ ਰਹਿ ਜਾਣਾ, ਇਕੱਲਾ ਬਟੇ 'ਚ 10 ਰਹਿ ਜਾਣਾ, ਜਿਹਨੂੰ ਅਸੀਂ ਇਸ ਸਾਈਡ ਲੈ ਆਵਾਂਗੇ। ਠੀਕ ਹੈ, ਜਦੋਂ ਅਸੀਂ ਇਹ ਦੂਸਰੀ ਸਾਈਡ ਲੈ ਕੇ ਗਏ ਬਟੇ 10 ਨੂੰ, ਇੱਥੇ ਤੁਹਾਡੇ ਕੋਲੇ ਆ ਗਿਆ 7। 75 ਪਲੱਸ x ਗੁਣਾ 7। ਠੀਕ ਹੈ, ਉਹ ਤਾਂ ਮੈਂ ਅੱਗੇ ਲਿਖ ਹੀ ਲਿਆ, ਤਾਂ ਕੁਛ ਨਹੀਂ ਲਿਖਣਾ ਇੱਥੇ। ਠੀਕ, ਇਹਨੂੰ ਕੱਟ ਕਰ ਦਿਓ। ਬਰਾਬਰ ਪਾ ਕੇ ਤੁਸੀਂ 22.5 ਦਿੱਤਾ ਹੋਇਆ ਸੀ ਨਾ, 22.5, ਤਾਂ ਗੁਣਾ ਇਹਦੇ ਨਾਲ ਕੀ ਹੋਇਆ, 10। ਜਦੋਂ 10 ਗੁਣਾ ਹੋ ਗਿਆ ਤਾਂ ਆਹ ਪੁਆਇੰਟ ਤੋਂ ਬਾਅਦ ਜਿੰਨੇ ਆਫਟਰ ਪੁਆਇੰਟ ਜਿੰਨੇ ਡਿਜਿਟ ਹੋਣ ਉਨੀਆਂ ਹੇਠਾਂ 0 ਲਾ ਲੈਂਦੇ ਹੁੰਦੇ ਅਸੀਂ ਇੱਕ ਦੇ ਨਾਲ, ਤਾਂ 0 ਨਾਲ 0 ਕੈਂਸਲ। ਇੱਥੇ ਤੁਹਾਡੇ ਕੋਲ ਆ ਗਿਆ 225। 225 ਪਲੱਸ 10x। ਠੀਕ ਹੈ, ਲਿਖਿਆ ਹੋਊਗਾ ਤੁਸੀਂ ਨੋਟਬੁੱਕ 'ਤੇ, ਤਾਂ ਉਹਨੂੰ ਮੈਚ ਕਰ ਲੈਣਾ, ਸੇਮ ਇੱਦਾਂ ਹੀ ਬਣੇਗਾ। ਹੁਣ ਦੇਖੋ 75 ਨੂੰ ਤੁਸੀਂ 7 ਨਾਲ ਜਦੋਂ ਮਲਟੀਪਲਾਈ ਕਰੋਗੇ ਤਾਂ ਇੱਥੇ ਤੁਹਾਡੇ ਕੋਲੇ ਕਿੰਨਾ ਬਣ ਜਾਣਾ ਵਾ, 525 ਬਣੇਗਾ। ਠੀਕ ਹੈ, ਉਸ ਤੋਂ ਬਾਅਦ 7x, ਕੁਛ ਵੀ ਨਹੀਂ ਕੀਤਾ, ਉਹਨੂੰ ਮੈਂ ਅੱਗੇ ਲੈ ਕੇ ਗਈ ਹਾਂ ਸਟੈਪ ਨੂੰ, ਮਤਲਬ ਮਲਟੀਪਲਾਈ ਕੀਤਾ ਵਾ ਅੰਦਰ, ਅਤੇ ਬਰਾਬਰ ਤੁਹਾਡੇ ਕੋਲੇ ਕੀ ਪਿਆ ਵਾ, 225 ਪਲੱਸ 10x। ਹੁਣ ਕੀ ਕਰਨਾ ਵਾ, x ਦੇ ਵਾਲੀਆਂ ਇੱਕ ਸਾਈਡ ਲੈ ਜਾਓ, ਕੌਂਸਟੈਂਟ ਟਰਮਾਂ ਜਿਹੜੀਆਂ ਉਹ ਇੱਕ ਸਾਈਡ ਲੈ ਜਾਓ। ਦੇਖੋ ਮੈਂ ਕਿਸ ਤਰ੍ਹਾਂ ਕਰ ਰਹੀ ਹਾਂ, ਪਹਿਲਾਂ ਤੁਹਾਨੂੰ ਦਿੱਤਾ ਹੋਇਆ ਵਾ 7x। ਠੀਕ ਹੈ, ਕਿੰਨਾ ਦਿੱਤਾ ਹੋਇਆ ਵਾ, 7x ਆ, ਅਤੇ ਇੱਧਰਲੇ ਪਾਸੇ ਤੁਹਾਨੂੰ ਦਿੱਤਾ ਹੋਇਆ ਵਾ 10x। ਠੀਕ ਹੈ, ਅਸੀਂ ਕੀ ਕਰਦੇ ਹਾਂ, 7x ਇੱਧਰ ਪਲੱਸ ਹੋ ਰਿਹਾ ਸੀਗਾ ਅਤੇ ਇਹਨੂੰ ਮੈਂ ਇੱਧਰ ਲੈ ਆਉਂਦੀ ਹਾਂ, ਇਹ ਕੀ ਹੋ ਗਿਆ, ਇੱਧਰ ਆ ਕੇ ਮਾਈਨਸ। ਅਤੇ ਇੱਧਰ ਹੋਰ ਤੁਹਾਨੂੰ ਕਿਹੜੀ ਟਰਮ ਦਿੱਤੀ ਹੋਈ ਸੀ, 525 ਦੀ, ਅਤੇ ਇੱਧਰ ਤੁਹਾਨੂੰ ਦਿੱਤੀ ਹੋਈ ਸੀ 225 ਦੀ, ਪਲੱਸ ਹੋ ਰਹੀਆਂ ਸੀ ਨਾ। ਹੁਣ ਇੱਧਰ ਮੈਂ ਕੀ ਕਰਦੀ ਹਾਂ, 525 ਇੱਥੇ ਪਿਆ ਵਾ ਤੁਹਾਡੇ ਕੋਲੇ, ਕਿਉਂਕਿ 7x ਤਾਂ ਮੈਂ ਉੱਧਰ ਲੈ ਗਈ, ਅਤੇ ਮਾਈਨਸ ਕਰ ਦੇਣਾ ਵਿੱਚੋਂ 225। ਹੁਣ ਜਦੋਂ ਮੈਂ 10 ਚੋਂ 7 ਘਟਾਉਂਗੀ ਤਾਂ ਇੱਥੇ ਮੇਰੇ ਕੋਲੇ 3x ਬਚ ਜਾਣਾ ਵਾ, ਕਿੰਨਾ ਬਚ ਜਾਣਾ, 3x। ਠੀਕ ਹੈ, ਅਤੇ ਜਦੋਂ ਮੈਂ 525 ਚੋਂ 225 ਮਾਈਨਸ ਕਰੂੰਗੀ ਤਾਂ ਮੇਰੇ ਕੋਲ ਕਿੰਨਾ ਬਚ ਜਾਣਾ ਇੱਥੇ, 300। ਦੂਜੇ ਪਾਸੇ 3x ਅਤੇ ਇੱਕ ਪਾਸੇ 300। ਇਹ ਤਾਂ x ਦੀ ਵੈਲਿਊ ਕਿੰਨੀ ਆ ਗਈ ਮੇਰੇ ਕੋਲ, 100 ਆ ਜਾਣੀ ਆ। ਠੀਕ ਹੈ, ਕਿਉਂਕਿ ਆ 3 ਇੱਧਰ ਡਿਵਾਈਡ ਮਲਟੀਪਲਾਈ ਹੋ ਰਿਹਾ, ਦੂਜੇ ਪਾਸੇ ਜਾ ਕੇ ਡਿਵਾਈਡ ਹੋ ਜਾਵੇਗਾ, ਤਾਂ x ਕਿੰਨਾ ਆ ਗਿਆ, 100 ਗ੍ਰਾਮ। ਤਾਂ ਕਿੰਨੀ ਮਾਤਰਾ ਵਾ ਉਹਦੇ ਵਿੱਚ, ਟੋਟਲ ਕਿੰਨੀ ਮਿਲਾਈ ਜਾਵੇ, 100 ਗ੍ਰਾਮ ਮਿਲਾਈ ਜਾਵੇ। ਹਾਂਜੀ, ਨੈਕਸਟ ਕੁਐਸਚਨ ਕਰਦੇ ਹਾਂ ਅਸੀਂ। ਆਂਡੇ ਦੀ ਕੀਮਤ ਵਿੱਚ 20% ਵਾਧੇ ਕਾਰਨ 2 ਆਂਡੇ
2 ਆਂਡੇ 24 ਰੁਪਏ ਵਿੱਚ ਘੱਟ ਮਿਲਣ ਲੱਗ ਗਏ। ਠੀਕ ਹੈ, ਆਂਡੇ ਦੀ ਕੀਮਤ ਦੇ ਵਿੱਚ 20% ਵਾਧਾ ਕੀਤਾ, 2 ਆਂਡੇ ਘੱਟ ਮਿਲੇ 24 ਰੁਪਏ ਦੇ ਵਿੱਚ। ਆਂਡਿਆਂ ਦੀ ਮੌਜੂਦਾ ਕੀਮਤ ਪ੍ਰਤੀ ਦਰਜਨ ਕੀ ਹੈ? ਹਾਂਜੀ, ਦਰਜਨ ਦੇ ਵਿੱਚ ਪਹਿਲਾਂ ਤਾਂ ਦੱਸੋ ਕਿੰਨੇ ਹੁੰਦੇ ਆ? 12। ਠੀਕ ਹੈ, ਇਸ ਗੱਲ ਦਾ ਵੀ ਤੁਸੀਂ ਧਿਆਨ ਰੱਖਣਾ। ਹੁਣ ਅਸੀਂ ਕੀ ਕਰਦੇ ਹਾਂ? ਹਾਂਜੀ, ਇਸ ਕੁਐਸਚਨ ਦੇ ਵਿੱਚ ਦੇਖੋ, ਇਹਦੇ ਵਿੱਚ ਹੀ ਆਨਸਰ ਪਿਆ ਵਾ, ਧਿਆਨ ਨਾਲ ਸਮਝੋ ਇਹਨੂੰ। ਆਂਡੇ ਦੀ ਕੀਮਤ ਵਿੱਚ 20% ਵਾਧਾ ਹੋ ਗਿਆ, ਆਂਡੇ ਦੀ ਕੀਮਤ ਦੇ ਵਿੱਚ 20% ਵਾਧਾ ਹੋ ਗਿਆ। ਠੀਕ ਹੈ, ਜਿਹਦੇ ਕਾਰਨ 2 ਆਂਡੇ ਕਿੰਨੇ ਦੇ ਵਿੱਚ ਮਿਲੇ ਆ ਤੁਹਾਨੂੰ? 24 ਰੁਪਏ ਦੇ ਵਿੱਚ ਮਿਲੇ ਆ। ਕਿੰਨੇ ਦੇ ਵਿੱਚ? 2 ਆਂਡੇ 24 ਰੁਪਏ ਵਿੱਚ ਘੱਟ ਮਿਲੇ ਆ। ਠੀਕ ਹੈ, ਅੱਗੇ ਜਿੰਨੇ ਵੀ ਅੱਗੇ ਦਰਜਨ ਮਿਲਦੀ ਹੋਣੀ ਆ 24 ਦੇ ਵਿੱਚ, ਇਹ ਮੰਨ ਕੇ ਚੱਲੋ, ਪਰ ਹੁਣ ਕਿੰਨੇ ਮਿਲ ਗਏ? 2 ਆਂਡੇ ਘੱਟ ਮਿਲੇ, ਮਤਲਬ 10 ਆਂਡੇ ਹੀ ਮਿਲੇ ਆ 24 ਦੇ ਵਿੱਚ, ਕਿਉਂਕਿ ਇੱਥੇ ਲਿਖਿਆ ਨਾ ਆਂਡਿਆਂ ਦੀ ਮੌਜੂਦਾ ਕੀਮਤ ਪ੍ਰਤੀ ਦਰਜਨ ਕੀ ਹੈ। ਇੱਕ ਦਰਜਨ 'ਚ ਕਿੰਨੇ ਆਂਡੇ ਹੁੰਦੇ ਆ? ਇੱਕ ਦਰਜਨ ਦੇ ਵਿੱਚ 12 ਹੁੰਦੇ ਆ। ਕੇਲੇ ਵੀ ਲਾ ਲਓ, ਚਾਹੇ 12 ਹੀ ਹੁੰਦੇ ਆ, ਦਰਜਨ ਦੇ ਵਿੱਚ 12 ਹੀ ਆਉਂਦੇ ਆ ਨਾ। ਹੁਣ ਅਸੀਂ ਕੀ ਕਰਾਂਗੇ, ਜਦੋਂ 2 ਆਂਡੇ ਘੱਟ ਮਿਲੇ, ਮਤਲਬ 24 ਦੇ ਵਿੱਚ 10 ਆਂਡੇ ਹੀ ਮਿਲੇ ਆ, ਤਾਂ ਅਸੀਂ ਇੱਕ ਆਂਡੇ ਦਾ ਰੇਟ ਕੱਢ ਲਿਆ। ਇੱਕ ਆਂਡੇ ਦਾ ਰੇਟ ਕਿੰਨਾ ਆ ਗਿਆ? 2.4। ਹੁਣ ਜਿਹੜਾ 2.4 ਇੱਕ ਆਂਡੇ ਦਾ ਰੇਟ ਆਇਆ ਵਾ, ਤਾਂ ਦਰਜਨ 'ਚ ਟੋਟਲ ਹੁੰਦੇ ਆ 12, ਤਾਂ ਅਸੀਂ 12 ਆਂਡਿਆਂ ਦਾ ਕੱਢ ਲੈਣਾ ਵਾ। ਕਿੰਨਾ ਆਇਆ? 12 ਆਂਡਿਆਂ ਦਾ ਰੇਟ ਕਿੰਨਾ ਹੋਊਗਾ? ਜਦੋਂ ਅਸੀਂ 2.4 ਨਾਲ ਮਲਟੀਪਲਾਈ ਕਰਾਂਗੇ ਤਾਂ 12 ਆਂਡਿਆਂ ਦਾ ਰੇਟ ਹੋਊਗਾ, ਜਦੋਂ ਤੁਸੀਂ 2.4 ਨਾਲ ਮਲਟੀਪਲਾਈ ਕਰੋਗੇ ਤਾਂ ਇੱਥੇ ਤੁਹਾਡੇ ਕੋਲੇ ਆ ਜਾਣਾ। ਹਾਂਜੀ, ਤਾਂ ਇੱਥੇ ਤੁਹਾਡੇ ਕੋਲੇ ਕੀ ਬਣ ਜਾਣਾ ਵਾ? 28.8। ਠੀਕ ਹੈ, 28.8। 28.8 ਦੀ ਆਪਸ਼ਨ ਤੁਸੀਂ ਦੇਖੋ ਕਿਹਦੇ ਵਿੱਚ? ਆਪਸ਼ਨ ਨੰਬਰ ਡੀ ਦੇ ਵਿੱਚ ਆ। ਇੱਕ ਵਾਰ ਮੈਂ ਤੁਹਾਨੂੰ ਫਿਰ ਤੋਂ ਦੱਸ ਦਿੰਦੀ ਹਾਂ ਕਿ ਦੇਖੋ, ਟੋਟਲ ਆਂਡੇ ਇੱਥੇ ਕੀ ਲਿਖਿਆ? ਆਂਡੇ ਦੀ ਕੀਮਤ ਦੇ ਵਿੱਚ 20% ਵਾਧਾ ਹੋਇਆ। ਹੁਣ 2 ਆਂਡੇ 24 ਰੁਪਏ ਵਿੱਚ ਘੱਟ ਮਿਲਣ ਲੱਗ ਗਏ। ਆਂਡਿਆਂ ਦੀ ਮੌਜੂਦਾ ਪ੍ਰਤੀ ਦਰਜਨ ਕੀਮਤ ਕੱਢਣੀ ਆ ਅਸੀਂ, ਤਾਂ ਇੱਕ ਦਰਜਨ ਦੇ ਵਿੱਚ 12 ਆਂਡੇ ਹੁੰਦੇ ਆ, ਹੁਣ ਉਹਨੂੰ 2 ਆਂਡੇ ਘੱਟ ਮਿਲੇ ਆ 24 ਦੇ ਵਿੱਚ, ਤਾਂ ਮਤਲਬ ਉਹਨੂੰ 10 ਆਂਡੇ ਮਿਲੇ ਆ। ਇੱਕ ਆਂਡਾ ਉਹਨੂੰ ਕਿੰਨੇ ਦਾ ਮਿਲਿਆ? 2.4। 2 ਰੁਪਏ 4 ਪੈਸੇ ਦਾ ਇੱਕ ਆਂਡਾ ਬੈਠ ਗਿਆ। ਠੀਕ ਹੈ, ਹੁਣ ਦੇਖੋ 2.4 ਦਾ, ਤਾਂ ਇਹਨੂੰ ਅਸੀਂ ਕੀ ਆ 12 ਰੁਪਏ ਦੇ 12 ਦਰਜਨ ਦੇ ਹਿਸਾਬ 'ਚ ਇਹਦੇ ਪੈਸੇ ਕੱਢ ਲਾਂਗੇ। 12 ਨੂੰ 2.4 ਨਾਲ ਜੋ ਤੁਸੀਂ ਮਲਟੀਪਲਾਈ ਕਰੋਗੇ ਤਾਂ ਤੁਹਾਡੇ ਕੋਲ ਇੱਥੇ ਬਣੂਗਾ 28.8। ਆਪਸ਼ਨ ਤੁਹਾਡੇ ਕੋਲੇ ਡੀ ਰਾਈਟ ਆਨਸਰ ਹੋਵੇਗੀ। ਠੀਕ ਹੈ, ਨੈਕਸਟ ਕੁਐਸਚਨ ਹੈ ਜੀ, ਕਿਸੇ ਇਮਤਿਹਾਨ ਵਿੱਚ ਪਾਸ ਹੋਣ ਲਈ ਵੱਧ ਤੋਂ ਵੱਧ 36% ਅੰਕ ਪ੍ਰਾਪਤ ਕਰਨੇ ਜ਼ਰੂਰੀ ਹਨ। ਇੱਕ ਵਿਦਿਆਰਥੀ ਨੇ 113 ਅੰਕ ਪ੍ਰਾਪਤ ਕੀਤੇ ਅਤੇ 85 ਅੰਕਾਂ ਨਾਲ ਫੇਲ ਹੋ ਗਿਆ। ਪ੍ਰੀਖਿਆ ਦੇ ਵੱਧ ਤੋਂ ਵੱਧ ਅੰਕ ਕਿੰਨੇ ਹਨ? ਹੁਣ ਅਸੀਂ ਪ੍ਰੀਖਿਆ ਦੇ ਵੱਧ ਤੋਂ ਵੱਧ ਅੰਕ ਕੱਢਣੇ ਆ, ਤਾਂ ਇਹਦੇ ਲਈ ਅਸੀਂ ਕੀ ਕਰਾਂਗੇ? ਸਭ ਤੋਂ ਪਹਿਲਾਂ ਅਸੀਂ ਮੰਨ ਲੈਂਦੇ ਹਾਂ ਕਿ ਪ੍ਰੀਖਿਆ ਦੇ ਜਿਹੜੇ ਅੰਕ ਆ ਉਹ ਕਿੰਨੇ ਆ? x ਅੰਕ ਆ। ਹੁਣ ਸਾਨੂੰ ਕੀ ਆ? ਪਾਸ ਹੋਣ ਦੇ ਲਈ ਕਿੰਨੇ ਚਾਹੀਦੇ ਆ? 36%। ਪਰਸੈਂਟੇਜ ਲੱਗਿਆ, ਬਟਾ ਕਰ ਦਾਂਗੇ 100 ਦੇ ਨਾਲ। ਇੱਕ ਵਿਦਿਆਰਥੀ ਦੇ 113 ਨੰਬਰ ਲਏ ਆ, ਪਰ 85 ਅੰਕਾਂ ਦੇ ਨਾਲ ਫੇਲ ਹੋ ਗਿਆ। ਜੇ 85 ਨਾਲ ਫੇਲ ਹੋਇਆ ਤਾਂ ਉਹ 85 ਕੀ ਕਰਾਂਗੇ? ਅਸੀਂ ਐਡ ਕਰ ਦਾਂਗੇ, ਕਿਉਂਕਿ ਪਾਸ ਹੋਣ ਲਈ ਤਾਂ ਉਹਨੂੰ ਇੰਨੇ ਚਾਹੀਦੇ ਆ ਨਾ। 113 ਪਲੱਸ 85 198 ਅੰਕ ਚਾਹੀਦੇ ਆ ਜੇਕਰ ਉਹਨੇ ਪਾਸ ਹੋਣਾ ਵਾ ਤਾਂ। ਹੁਣ ਦੇਖੋ ਇਹਦੇ ਵਿੱਚ ਤੁਸੀਂ ਕੀ ਕਰਨਾ? ਬਸ ਕੁਛ ਵੀ ਨਹੀਂ, ਅੱਗੇ ਨੂੰ ਹੱਲ ਕਰੋ। ਤਾਂ x ਦੇ ਨਾਲ ਹੁਣ ਦੇਖੋ ਇੱਧਰ 100 ਡਿਵਾਈਡ ਹੋ ਰਿਹਾ ਵਾ, ਇੱਧਰ ਜਾ ਕੇ ਕੀ ਹੋ ਗਿਆ? ਗੁਣਾ, ਤੇ ਇੱਧਰ 36 ਆ ਜਿਹੜਾ ਉਹ ਗੁਣਾ ਹੋ ਰਿਹਾ ਵਾ, ਤਾਂ ਇੱਧਰ ਆ ਕੇ ਕੀ ਹੋ ਗਿਆ? ਭਾਗ। ਹੁਣ ਬਸ ਕੁਛ ਵੀ ਨਹੀਂ ਕਰਨਾ, ਇਹਨੂੰ ਹੱਲ ਕਰਨਾ ਵਾ। ਅੱਗੇ ਅਸੀਂ ਸਭ ਤੋਂ ਪਹਿਲਾਂ 6 ਤੇ ਦੇਖੋ ਤੁਸੀਂ ਜਾਂਦਾ, ਇੱਥੇ ਦੇਖੋ ਛੇਕਮ 36 6 ਆ ਗਿਆ ਤੁਹਾਡੇ ਕੋਲੇ। ਜੋ ਤੁਸੀਂ ਇਹਦੇ 'ਤੇ ਡਿਵਾਈਡ ਕਰੋਗੇ 3 ਛਿਕੇ 18, ਫਿਰ 3 ਰਹਿ ਜਾਣਾ ਵਾ, ਫਿਰ ਤੁਹਾਡੇ ਕੋਲ ਕਿੰਨੇ ਰਹਿ ਜਾਊਗਾ? 18 ਬਚ ਜਾਣਾ, ਫਿਰ 3 ਤੇ ਗਿਆ। ਫਿਰ ਤੁਸੀਂ ਦੇਖੋ ਅੱਗੇ ਕਿਸੇ ਤੇ ਜਾਂਦੇ ਆ ਦੋ, ਹੁਣ ਤੁਸੀਂ ਉਹਦੇ 'ਤੇ ਦੇਖੋ ਟੇਬਲ 'ਤੇ 3 ਦੇ 'ਤੇ 2 ਤੀਏ 6, ਇੱਥੇ ਆ ਗਿਆ ਤੁਹਾਡੇ ਕੋਲੇ 2, ਤੇ ਇੱਥੇ ਕਿੰਨਾ ਬਣ ਗਿਆ? 11। ਠੀਕ ਹੈ, 11 ਹੀ ਬਣਿਆ। 1 ਤੀਆ ਤੀਆ 1 ਤੀਆ ਤੀਆ। ਹੁਣ ਇੱਥੇ ਤੁਸੀਂ ਇਹਨੂੰ ਕੱਟ ਕਰੋਗੇ, ਇੱਥੇ ਤੁਹਾਡੇ ਕੋਲ ਆ ਗਿਆ 50। 50 ਨੂੰ ਜਦੋਂ ਤੁਸੀਂ 11 ਨਾਲ ਮਲਟੀਪਲਾਈ ਕਰੋਗੇ ਤਾਂ 11 5 55 ਨਾਲ 0 ਭਈਆ ਉਹ ਤੁਸੀਂ ਲਗਾਤੀ, 550 ਤੁਹਾਡਾ ਆਨਸਰ ਹੈ। ਆਪਸ਼ਨ ਬੀ ਰਾਈਟ ਆਨਸਰ ਆ। ਨੈਕਸਟ ਕੁਐਸਚਨ, ਏ ਦੀ ਤਨਖਾਹ ਬੀ ਨਾਲੋਂ 25% ਵੱਧ ਆ ਅਤੇ ਬੀ ਦੀ ਤਨਖਾਹ ਏ ਨਾਲੋਂ ਕਿੰਨੀ ਘੱਟ ਹੋਈ? ਫਿਰ ਹੁਣ ਜੇ ਏ ਦੀ ਤਨਖਾਹ ਬੀ ਦੀ ਤਨਖਾਹ ਨਾਲੋਂ ਕਿੰਨੀ ਆ? 25% ਵੱਧ ਆ। ਅਸੀਂ ਤਾਂ ਬੀ ਦੀ ਤਨਖਾਹ ਪ੍ਰਤੀਸ਼ਤ ਦੇ ਵਿੱਚ, ਆਪਸ਼ਨ ਆ ਪ੍ਰਤੀਸ਼ਤ ਦੇ ਵਿੱਚ ਦੱਸਣੀ ਹੈ ਕਿ ਬੀ ਦੀ ਤਨਖਾਹ ਏ ਨਾਲੋਂ ਕਿੰਨੀ ਘੱਟ ਆ। ਤਾਂ ਹੁਣ
ਪਹਿਲਾਂ ਤਾਂ ਅਸੀਂ ਜਦੋਂ ਪ੍ਰਤੀਸ਼ਤ ਕੱਢਣਾ ਗੁਣਾ ਕਰਦੇ ਹਾਂ 100 ਨਾਲ, ਇਹ ਤਾਂ ਰੂਲ ਹੀ ਹੈ, ਠੀਕ ਹੈ। ਹੁਣ ਏ ਦੀ ਤਨਖਾਹ ਬੀ ਨਾਲੋਂ 25% ਜ਼ਿਆਦਾ, ਹੇਠਾਂ ਅਸੀਂ ਟੋਟਲ ਲਿਖਦੇ ਹੁੰਦੇ ਹਾਂ। ਮੰਨ ਲਿਆ ਬੀ ਦੀ ਤਨਖਾਹ ਕਿੰਨੀ ਆ, ਪੂਰੀ 100% ਹੀ ਆ, ਤੇ ਏ ਦੀ ਕਿੰਨੀ ਹੈ ਵਿੱਚ 25% ਜ਼ਿਆਦਾ ਵਾ, ਤਾਂ ਉਹ ਅਸੀਂ ਐਡ ਕਰਤੀ। ਜ਼ਿਆਦਾ ਲਿਖਿਆ ਨਾ, ਜੇ ਘੱਟ ਲਿਖੀ ਹੁੰਦੀ ਤਾਂ ਮਾਈਨਸ ਕਰ ਦੇਣੀ ਸੀ, ਤੇ ਉੱਪਰ ਕੀ ਲਾ ਲਾਂਗੇ ਇੱਥੇ 25 ਹੋਈ, ਕਿਉਂਕਿ ਅਸੀਂ ਬੀ ਦੀ ਤਨਖਾਹ ਕੱਢ ਰਹੇ ਹਾਂ ਕਿ ਕਿੰਨੀ ਆ, ਕਿੰਨੀ ਘੱਟ ਆ, ਠੀਕ ਹੈ। ਬੀ ਦੀ ਤਨਖਾਹ ਏ ਨਾਲੋਂ ਕਿੰਨੀ ਘੱਟ ਆ। ਹੁਣ ਹੇਠਾਂ ਤੁਹਾਡੇ ਕੋਲੇ ਕੀ ਬਣ ਗਿਆ, ਉੱਪਰ ਤਾਂ ਹੈਗਾ 25 ਹੋਈ, ਹੇਠਾਂ ਕਿੰਨਾ ਬਣ ਗਿਆ 125, ਗੁਣਾ ਕਰ ਦੇਣਾ ਤੁਸੀਂ 100 ਦੇ ਨਾਲ। ਤਾਂ ਹੁਣ ਦੇਖੋ 25 ਏਕਮ 25, 25 ਛਿੱਕਾ 125, ਸੌਰੀ 25 5 125 ਹੁੰਦਾ, ਠੀਕ ਹੈ, ਸੌਰੀ 25 5 125। ਹੁਣ ਆਪਾਂ ਇੱਕ ਪਾਇਆ 20 ਪਾਇਆ 100, ਤਾਂ ਇੱਥੇ ਤੁਹਾਡਾ ਆ ਗਿਆ 20%। ਆਪਸ਼ਨ ਏ ਰਾਈਟ ਆ। ਹਾਂਜੀ, ਇਸ ਦੇ ਨਾਲ ਹੀ ਸਾਡੀ ਅੱਜ ਦੀ ਇਹ ਵੀਡੀਓ ਖਤਮ ਹੁੰਦੀ ਹੈ। ਅਤੇ ਇਹ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ, ਕਿਰਪਾ ਕਰਕੇ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸ ਦੇਣਾ। ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ। ਧੰਨਵਾਦ ਜੀ।